ਸਲੋਕ ਮਹਲਾ ਦੂਜਾ। ਜਿਨਾ ਭਉ ਤਿਨ ਨਾਹੀ, ਭਉ ਮਚ ਭਉ ਨਿਭਿਆ। ਪਾਵਨ ਸ਼ਲੋਕ ਧੰਨ ਗੁਰੂ ਅੰਗਦ ਦੇਵ ਜੀ ਦਾ ਬਖਸ਼ਿਸ਼ ਕੀਤਾ ਹੋਇਆ 8ਵੀਂ ਪੌੜੀ ਦੇ ਨਾਲ ਪਹਿਲਾ ਸ਼ਲੋਕ ਹੈ। ਇਸ ਪਾਵਨ ਸ਼ਲੋਕ ਦੇ ਅੰਦਰ ਧੰਨ ਗੁਰੂ ਜੀ ਨੇ ਡਰ ਦੀ ਗੱਲ ਕੀਤੀ ਹੈ। ਗੁਰਬਾਣੀ ਦੇ ਅੰਦਰ ਸੱਚੇ ਸਤਿਗੁਰ ਨੇ ਸਾਨੂੰ ਗਿਆਨ ਦੀ ਜੋ ਦਾਤ ਬਖਸ਼ਿਸ਼ ਕੀਤੀ ਹੈ, ਉਹ ਅਣਕ ਤਰੀਕਿਆਂ, ਅਣਕ ਵਿਧੀਆਂ, ਅਣਕ ਯੁਕਤੀਆਂ ਦੇ ਨਾਲ ਸਾਨੂੰ ਸਮਝਾਉਣਾ ਕੀਤਾ ਹੈ। ਗੌੜੀ ਰਾਗਣੀ ਦੇ ਅੰਦਰ ਗੁਰੂ ਨਾਨਕ ਦੇਵ ਜੀ ਦਾ ਪਾਵਨ ਸ਼ਬਦ ਆਉਂਦਾ ਹੈ, ਡਰੇ ਘਰ ਘਰੇ ਡਰ, ਡਰੇ ਡਰ ਜਾਏ। ਇੱਥੇ ਘਰ ਦਾ ਅਰਥ ਸਰੀਰ ਹੈ, ਡਰੇ ਇੱਥੇ ਡੱਡਾ ਤੇ ਰਾਰਾ ਰਾਰੀ ਨੂੰ ਸਿਹਾਰੀਏ। ਜਦੋਂ ਕਿਸੇ ਸ਼ਬਦ ਦੇ ਪਿੱਛੇ ਸਿਹਾਰੀ ਆ ਜਾਂਦੀ ਹੈ ਤੇ ਉਹਦਾ ਅਰਥ ਬਣਦਾ ਹੈ ਵਿੱਚ। ਡਰੇ ਘਰ, ਇਸ ਸਰੀਰ ਦੇ ਵਿੱਚ ਡਰ ਹੈ। ਘਰੇ ਇੱਥੇ ਫਿਰ ਰਾਰੇ ਨੂੰ ਕੱਕਾ ਤੇ ਰਾਰਾ ਰਾਰੇ ਨੂੰ ਫਿਰ ਸਿਹਾਰੀਏ। ਇਸ ਦਾ ਅਰਥ ਬਣ ਗਿਆ ਸਰੀਰ ਵਿੱਚ ਡਰ। ਅੱਗੇ ਰਾਰੇ ਨੂੰ ਸਿਹਾਰੀ ਨਹੀਂ ਡਰ ਵਾਲੇ। ਕਰੀ ਮੈਂ ਫਿਰ ਦੱਸਾਂ ਤਾਂ ਕਿ ਗੱਲ ਦੀ ਪੂਰੀ ਤਰ੍ਹਾਂ ਸਮਝ ਆ ਜਾਵੇ। ਡੱਡਾ ਤੇ ਰਾਰਾ ਬਣਦਾ ਡਰ, ਪਰ ਇੱਥੇ ਡੱਡਾ ਤੇ ਰਾਰਾ ਰਾਰੇ ਨੂੰ ਸਿਹਾਰੀਏ, ਇਸ ਦਾ ਉਚਾਰਨ ਵੀ ਸਾਨੂੰ ਜਦੋਂ ਸੰਥਿਆ ਕਰਾਈ ਸੀ, ਇਹ ਸਿਹਾਰੀ ਨੂੰ ਥੋੜਾ ਇਸ਼ਾਰੇ ਮਾਤਰ ਦੇ ਨਾਲ ਬੋਲਣਾ ਹੈ। ਡਰੇ ਘਰ ਘਰੇ ਡਰ। ਹੁਣ ਮੇਰੇ ਖਿਆਲ ਆਪ ਜੀ ਨੂੰ ਸਮਝ ਲੱਗ ਗਈ ਹੋਏਗੀ, ਪਹਿਲੇ ਡਰ ਤੇ ਪਹਿਲੇ ਘਰ ਦੇ ਨਾਲ ਸਿਹਾਰੀਏ। ਦੂਜੀ ਵਾਰੀ ਜਦੋਂ ਘਰ ਆਏ ਤੇ ਡਰ ਆਏ, ਉਹਦੇ ਨਾਲੋਂ ਥੱਲੇ ਔਂਕੜ ਹੈ, ਜਿਸ ਦਾ ਅਰਥ ਇਹ ਬਣਦਾ ਹੈ ਕਿ ਸਰੀਰ ਜਿਹੜਾ ਇਹ ਡਰ ਦੇ ਵਿੱਚ ਹੈ ਤੇ ਡਰ ਜਿਹੜਾ ਇਹ ਸਰੀਰ ਦੇ ਵਿੱਚ ਹੈ। ਡਰ ਜਿਹੜਾ ਉਹ ਸਰੀਰ ਦੇ ਵਿੱਚ ਹੈ ਤੇ ਸਰੀਰ ਜਿਹੜਾ ਉਹ ਡਰ ਦੇ ਵਿੱਚ ਹੈ। ਜਿਸ ਤਰ੍ਹਾਂ ਸਾਡੇ ਅੰਦਰ ਵੀ ਹਵਾ ਹੈ ਤੇ ਬਾਹਰ ਵੀ ਹਵਾ ਹੈ, ਅੰਦਰ ਵੀ ਸਾਡੇ ਪਾਣੀ ਹੈ ਤੇ ਬਾਹਰ ਵੀ ਪਾਣੀ ਹੈ, ਇਸੇ ਤਰ੍ਹਾਂ ਡਰ ਸਾਡੇ ਅੰਦਰ ਵੀ ਹੈ ਤੇ ਬਾਹਰ ਵੀ ਹੈ। ਡਰੇ ਡਰ ਜਾਏ, ਜਿਹੜਾ ਡਰ ਦੇ ਵਿੱਚ ਡਰ ਹੈ, ਜਾਏ ਇੱਥੇ ਜਾਏ ਦਾ ਅਰਥ ਹੈ ਪੈਦਾ ਹੋਣਾ। ਡਰ ਦੇ ਵਿੱਚੋਂ ਵੀ ਡਰ ਪੈਦਾ ਹੁੰਦਾ ਹੈ। ਸਰੀਰ ਦੇ ਅੰਦਰ ਵੀ ਡਰ ਹੈ, ਸਰੀਰ ਦੇ ਬਾਹਰ ਵੀ ਡਰ ਹੈ ਤੇ ਡਰ ਦੇ ਵਿੱਚੋਂ ਹੀ ਡਰ ਪੈਦਾ ਹੁੰਦਾ ਹੈ। ਦਾਸ ਨੇ ਫਿਰ ਇਸ ਦੇ ਲਈ ਇੱਕ ਨੁਕਤਾ ਵਰਤੋਂ ਦੇ ਵਿੱਚ ਲਿਆਂਦਾ ਹੈ। ਅਸੀਂ ਤੁਰੇ ਜਾਂਦੇ ਹਾਂ, ਅੱਗੇ ਕੁੱਤਾ ਬੈਠਾ ਹੈ, ਸਾਡੇ ਅੰਦਰ ਕੁੱਤੇ ਨੂੰ ਵੇਖ ਕੇ ਡਰ ਪੈਦਾ ਹੋ ਗਿਆ। ਉਹ ਡਰ ਕਰਕੇ ਅਸੀਂ ਉੱਥੋਂ ਕੋਈ ਡੰਡਾ ਡਲਾ ਕੁਝ ਹੋਰ ਚੀਜ਼ ਚੱਕ ਲਈਏ ਵੀ ਜੇ ਕੁੱਤਾ ਸਾਨੂੰ ਪਿਆ ਤੇ ਅਸੀਂ ਮਾਰ ਦਿਆਂਗੇ। ਜਦੋਂ ਅਸੀਂ ਕੋਈ ਡੰਡਾ ਜਾਂ ਡਲਾ ਇੱਟਾ ਰੋੜਾ ਚੱਕਿਆ ਤੇ ਕੁੱਤੇ ਦੇ ਅੰਦਰ ਡਰ ਪੈਦਾ ਹੋ ਗਿਆ, ਲੈ ਵੀ ਮਿੱਤਰਾ ਇਹਨੇ ਡੰਡਾ ਚੱਕ ਲਿਆ ਤੇ ਤੈਨੂੰ ਮਾਰੇਗਾ। ਹੁਣ ਸਾਡੇ ਅੰਦਰ ਜੋ ਡਰ ਪੈਦਾ ਹੋਇਆ ਉਹ ਕੁੱਤੇ ਨੂੰ ਵੇਖ ਕੇ ਹੋਇਆ ਤੇ ਕੁੱਤੇ ਦੇ ਅੰਦਰ ਜੋ ਡਰ ਪੈਦਾ ਹੋਇਆ ਉਹ ਸਾਡੀ ਹਰਕਤ ਵੇਖ ਕੇ, ਸਾਨੂੰ ਵੇਖ ਕੇ ਹੋਇਆ। ਅਸੀਂ ਦੋਵੇਂ ਇੱਕ ਦੂਜੇ ਤੋਂ ਡਰਦੇ ਹਾਂ ਤੇ ਕੁੱਤਾ ਆਪਣੀ ਰਾਖੀ ਦੇ ਲਈ ਭੌਂਕਣਾ ਸ਼ੁਰੂ ਕਰ ਦਿੰਦਾ, ਅਸੀਂ ਆਪਣੀ ਰਾਖੀ ਦੇ ਲਈ ਡੰਡਾ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਕੁਝ ਵੀ ਨਹੀਂ, ਕਿਤੋਂ ਕੁਝ ਨਹੀਂ ਆਇਆ, ਬਾਹਰੋਂ ਤੱਕ ਕਿਤੋਂ ਕੁਝ ਨਹੀਂ ਆਇਆ। ਨਾ ਅਸੀਂ ਇਹਦੇ ਨਾਲ ਕੁਝ ਵੰਡਣਾ ਹੈ, ਨਾ ਇਹਦੇ ਨਾਲ ਸਾਡਾ ਕੋਈ ਸ਼ਰੀਕਾ ਹੈ, ਨਾ ਇਹ ਸਾਨੂੰ ਜਾਣਦਾ ਤੇ ਨਾ ਹੀ ਅਸੀਂ ਇਹਨੂੰ ਜਾਣਦੇ ਹਾਂ। ਤੇ ਫਿਰ ਇਹ ਸਿਆਪਾ ਕਿੱਥੋਂ ਖੜਾ ਹੋ ਗਿਆ? ਸਾਰਾ ਇਹ ਖੜਾ ਹੋਇਆ ਹੈ ਸਾਡੇ ਅੰਦਰ ਦੇ ਡਰ ਕਰਕੇ। ਜੇ ਸਾਡੇ ਅੰਦਰ ਡਰ ਨਾ ਹੁੰਦਾ ਤੇ ਹੋ ਸਕਦਾ ਅਸੀਂ ਚੁੱਪ ਕਰਕੇ ਅੱਗੇ ਲੰਘ ਜਾਂਦੇ ਤੇ ਸਾਨੂੰ ਕੁਝ ਵੀ ਨਾ ਆਖਦਾ। ਸੋ ਗੁਰੂ ਮਹਾਰਾਜ ਜੀ ਨੇ ਤੇ ਸਾਨੂੰ ਇਹ ਸਮਝਾਣਾ ਕੀਤਾ ਵੀ ਗੁਰਮੁਖ ਪਿਆਰਿਆ, ਤੇਰੇ ਅੰਦਰ ਦੇ ਡਰ ਨੇ ਬਾਹਰ ਦਾ ਡਰ ਪੈਦਾ ਕੀਤਾ ਹੈ ਤੇ ਬਾਹਰ ਦੇ ਡਰ ਕਰਕੇ ਨਾ ਫਿਰ ਤੈਨੂੰ ਹੋਰ ਡਰ ਲੱਗ ਰਿਹਾ। ਇੱਕ ਵਾਰੀ ਨਾ ਦੋ ਵਿਦਵਾਨ ਬੈਠੇ ਸਨ, ਸਿਆਣੇ ਮਨੁੱਖ ਬੈਠੇ ਸਨ, ਗੁਰਮੁਖ ਪਿਆਰੇ ਸਨ। ਉਹ ਆਪਣੀ ਗਿਆਨ ਗੋਸ਼ਟੀ ਚਰਚਾ ਦੇ ਵਿੱਚ, ਵਿਚਾਰਾਂ ਦੇ ਵਿੱਚ ਜੁੜੇ ਬੈਠੇ ਨੇ ਤੇ
ਅਚਨਚੇਤ ਕੀ ਦੇਖਦੇ ਨੇ ਕੋਈ ਪ੍ਰਾਣੀ ਹੈ ਉਹ ਭੱਜਿਆ ਜਾਂਦਾ ਹੈ। ਇੱਕ ਨੇ ਕਿਹਾ ਇਹਦੇ ਮਗਰ ਨਾ ਕੋਈ ਡਰ ਹੈ, ਇਹ ਡਰ ਤੋਂ ਡਰ ਕੇ ਭੱਜਿਆ। ਦੂਜੇ ਨੇ ਕਿਹਾ ਨਹੀਂ, ਇਹ ਡਰ ਕੇ ਨਹੀਂ ਭੱਜਿਆ। ਪਹਿਲਾ ਕਹਿੰਦਾ ਇਹ ਡਰ ਕੇ ਭੱਜਿਆ, ਦੂਜਾ ਕਹਿੰਦਾ ਨਹੀਂ, ਇਹ ਭੱਜਦਾ ਇਹਨੂੰ ਡਰ ਹੀ ਤਾਂ ਲੱਗਦਾ ਹੈ, ਜੇ ਭੱਜਣੋਂ ਹਟ ਜਾਵੇ ਤੇ ਇਹਨੂੰ ਡਰ ਲੱਗਣਾ ਹੀ ਨਹੀਂ। ਇਹ ਡਰ ਕੇ ਭੱਜਿਆ ਹੈ ਤੇ ਦੂਜਾ ਕਹਿੰਦਾ ਹੈ ਇਹ ਜੇ ਭੱਜਣੋਂ ਹਟ ਜਾਵੇ ਨਾ, ਭੱਜੇ ਨਾ, ਤੇ ਫਿਰ ਇਹਨੂੰ ਡਰ ਨਹੀਂ ਲੱਗੇਗਾ। ਸੋ ਇਸ ਤਰ੍ਹਾਂ ਇਹ ਕਈ ਗੱਲਾਂ ਨੇ ਜਿਹੜੀਆਂ ਬੜੀਆਂ ਡੂੰਘਾਈ ਵਾਲੀਆਂ ਹੁੰਦੀਆਂ ਨੇ, ਇਹਨਾਂ ਨੂੰ ਸਮਝਣਾ ਬੜਾ ਔਖਾ ਹੈ। ਜਿਵੇਂ ਕੱਲ੍ਹ ਦਾਸ ਨੇ ਸ਼ਬਦ ਦੀ ਜੋ ਵਿਆਖਿਆ ਕੀਤੀ ਸੀ, ਉਹਦੇ ਵਿੱਚ ਜੋ ਵਿਚਾਰਾਂ ਆਈਆਂ ਸਨ ਕਿ ਸਾਡਾ ਜੀਵਨ ਜਿਹੜਾ ਇਹ ਸਵਾਰਥੀ ਹੈ। ਇਹ ਸਵਾਰਥੀ ਜੀਵਨ ਦੇ ਵਿੱਚੋਂ ਅਸੀਂ ਪਰਮਾਰਥ ਦੀ ਖੋਜ ਕਰਨੀ ਹੈ। ਤੇ ਕੱਲ੍ਹ ਦਾਸ ਨੂੰ 2-3 ਫੋਨ ਆਏ, ਬੱਚਿਆਂ ਨੇ ਕਿਹਾ ਕਿ ਸਾਨੂੰ ਗੱਲ ਦੀ ਸਮਝ ਹੀ ਨਹੀਂ ਆਈ ਵੀ ਸਵਾਰਥੀ ਜੀਵਨ ਦੇ ਵਿੱਚੋਂ ਪਰਮਾਰਥ ਦੀ ਕਿਵੇਂ ਖੋਜ ਕਰਨੀ ਹੈ। ਸਾਨੂੰ ਗੁਰਬਾਣੀ ਦੱਸ ਰਹੀ ਹੈ। ਇੱਕ ਬਿਲਾਵਲ ਰਾਗ ਦੇ ਅੰਦਰ ਸ਼ਬਦ ਦੇ ਭਗਤ ਸਦਨੇ ਜੀ ਦਾ, ਤੇ ਭਗਤ ਸਦਨੇ ਜੀ ਨੇ ਸ਼ਬਦ ਦੇ ਅੰਦਰ ਪਹਿਲੀ ਤੁਕ ਦੇ ਵਿੱਚ ਹੀ ਇਹ ਸਵਾਰਥ ਦੀ ਗੱਲ ਹੀ ਕੀਤੀ ਹੈ। ਭਗਤ ਸਦਨਾ ਜੀ ਲਿਖਦੇ ਨੇ, ਨ੍ਰਿਪ ਕੰਨਿਆ ਕੇ ਕਾਰਨੇ ਇੱਕ ਭਾਇਆ ਭੇਖ ਧਾਰੀ, ਕਾ ਮਾਰਥੀ ਸਵਾਰਥੀ ਵਾਕੀ ਪੈਜ ਸਵਾਰੀ। ਹੁਣ ਇਹ ਪੂਰਾ ਪ੍ਰਸੰਗ ਕਿਵੇਂ ਹੈ? ਇੱਕ ਰਾਜਾ ਹੈ, ਉਸ ਦੀ ਬੱਚੀ ਹੈ। ਨ੍ਰਿਪ ਕੰਨਿਆ ਕੇ ਕਾਰਨੇ, ਨ੍ਰਿਪ ਕਹਿੰਦੇ ਨੇ ਰਾਜੇ ਨੂੰ, ਇੱਕ ਰਾਜਾ ਹੈ ਤੇ ਰਾਜੇ ਦੀ ਬੱਚੀ ਹੈ। ਉਹ ਜਿਹੜੀ ਰਾਜੇ ਦੀ ਬੱਚੀ ਉਹ ਵਿਸ਼ਨੂੰ ਭਗਵਾਨ ਦੇ ਮੰਦਿਰ ਦੇ ਵਿੱਚ ਜਾਂਦੀ ਹੈ। ਵਿਸ਼ਨੂੰ ਭਗਵਾਨ ਦੇ ਮੰਦਿਰ ਦੇ ਵਿੱਚ ਜਾ ਕੇ ਹਰ ਰੋਜ਼ ਇੱਕੋ ਹੀ ਅਰਦਾਸ ਕਰਦੀ ਹੈ, ਤੇ ਉਹ ਅਰਦਾਸ ਇਹ ਕਰਦੀ ਹੈ ਕਿ ਹੇ ਵਿਸ਼ਨੂੰ ਭਗਵਾਨ, ਮੈਂ ਤਾਂ ਜੇ ਵਿਆਹ ਕਰਾਣਾ ਤੇ ਤੇਰੇ ਨਾਲ ਹੀ ਕਰਾਣਾ ਹੈ, ਤੂੰ ਹੀ ਮੇਰਾ ਪਤੀ ਬਣੇ, ਇਹ ਮੇਰੀ ਤਮੰਨਾ ਇੱਛਾ ਕਾਮਨਾ ਹੈ। ਹੁਣ ਜਿਹੜਾ ਮੰਦਿਰ ਹੈ, ਮੰਦਿਰ ਦਾ ਜਿਹੜਾ ਪੁਜਾਰੀ ਉਸ ਦੇ ਬੱਚੇ ਨੇ ਇਹ ਗੱਲ ਸੁਣ ਲਈ ਹੈ। ਇਹ ਗੱਲ ਸੁਣ ਲਈ, ਗੱਲ ਸੁਣ ਕੇ ਤੇ ਉਹ ਬੜਾ ਚਕਨਚੇਤ ਹੋ ਗਿਆ ਹੈ, ਬੜਾ ਆਸ਼ਚਰਜ ਦੇ ਵਿੱਚ ਹੋ ਗਿਆ ਹੈ। ਉਸ ਦੇ ਅੰਦਰ ਇਹ ਲਾਲਸਾ ਜਾਗ ਪਈ ਹੈ ਕਿ ਹੋ ਸਕਦਾ ਜੇ ਇਹ ਰਾਜਕੁਮਾਰੀ ਜਿਹੜੀ ਹੈ ਇਹ ਮੇਰੇ ਨਾਲ ਵਿਆਹ ਕਰਵਾ ਲਵੇ, ਪਰ ਹੋ ਨਹੀਂ ਸਕਦਾ। ਇਹ ਉਦਾਸ ਰਹਿਣ ਲੱਗ ਗਿਆ ਹੈ। ਇਹ ਪੰਡਤ ਜੀ ਦਾ ਜਿਹੜਾ ਪੁੱਤਰ ਸੀ ਇਹ ਉਦਾਸ ਰਹਿਣ ਲੱਗ ਗਿਆ ਵੀ ਕਿੱਥੇ ਵਿਸ਼ਨੂੰ ਭਗਵਾਨ, ਇਹਦੀ ਡਿਮਾਂਡ ਹੈ ਤੇ ਮੈਂ ਕੀ ਹਾਂ, ਕੁਝ ਵੀ ਨਹੀਂ ਹੈਗਾ, ਮੇਰੀ ਇੱਛਾ ਨਹੀਂ ਪੂਰੀ ਹੋਏਗੀ। ਇਸ ਦਾ ਇੱਕ ਮਿੱਤਰ ਸੀ, ਦੋਸਤ ਸੀ, ਜੋ ਮਿਸਤਰੀਆਂ ਦਾ ਮੁੰਡਾ ਸੀ। ਹੁਣ ਜਿੱਥੇ ਪ੍ਰੇਮ ਹੋਵੇ ਨਾ ਉੱਥੇ ਅਸੀਂ ਚਿਹਰੇ ਪੜ੍ਹ ਲੈਂਦੇ ਹਾਂ। ਜਿੱਥੇ ਪ੍ਰੇਮ ਭਾਵ ਬਣਿਆ ਹੋਵੇ ਉੱਥੇ ਅਸੀਂ ਚਿਹਰਾ ਪੜ੍ਹ ਕੇ ਦੱਸ ਦਿੰਦੇ ਹਾਂ ਵੀ ਇਹ ਅੱਜ ਉਦਾਸ ਹੈ, ਇਹ ਦੁਖੀ ਹੈ, ਇਹ ਇਸ ਤਰ੍ਹਾਂ। ਹੁਣ ਇਹ ਮਿਸਤਰੀਆਂ ਦੇ ਮੁੰਡੇ ਨੇ ਇਹਨੂੰ ਆਖਿਆ ਭਈ ਮਿੱਤਰਾ ਕੋਈ ਗੱਲ ਹੈਗੀ ਹੈ ਜਿਸ ਕਰਕੇ ਤੂੰ ਉਦਾਸ ਹੈ, ਤੂੰ ਉਦਾਸੀ ਦੇ ਵਿੱਚ ਹੈ। ਪਹਿਲੋਂ ਤਾਂ ਪੰਡਤਾਂ ਦੇ ਮੁੰਡੇ ਨੇ ਨਾ ਨੁੱਕਰ ਕੀਤੀ, ਬਾਅਦ ਦੇ ਵਿੱਚ ਇਹਨੂੰ ਸਾਰੀ ਗੱਲ ਦੱਸ ਦਿੱਤੀ ਵੀ ਇਸ ਤਰ੍ਹਾਂ ਕਰਕੇ ਜਿਹੜੀ ਰਾਜੇ ਦੀ ਬੱਚੀ ਉਹ ਹਰ ਰੋਜ਼ ਅਰਦਾਸ ਕਰਦੀ ਹੈ ਵੀ ਮੈਂ ਵਿਸ਼ਨੂੰ ਜੀ ਦੇ ਨਾਲ ਵਿਆਹ ਕਰਾਉਣਾ ਹੈ ਤੇ ਇਹ ਨਹੀਂ ਹੋ ਸਕਦਾ, ਤੇ ਮੈਂ ਤਾਂ ਆਪ ਉਹਦੇ ਨਾਲ ਵਿਆਹ ਕਰਾਉਣ ਦੀ ਇੱਛਾ ਧਾਰਨ ਕੀਤੀ ਹੋਈ ਹੈ, ਇਸ ਕਰਕੇ ਮੈਂ ਉਦਾਸ ਹਾਂ। ਇਹ ਮਿਸਤਰੀਆਂ ਦਾ ਮੁੰਡਾ ਕਹਿੰਦਾ ਇਹ ਕਿੰਨੀ ਕੁ ਗੱਲ ਹੈ ਤੇਰੀ, ਇਹ ਡਿਮਾਂਡ ਮੈਂ ਪੂਰੀ ਕਰ ਦਿਆਂਗਾ। ਇਹਨੇ ਕੀ ਕੀਤਾ, ਲੱਕੜਦਾਨਾ ਜਿਵੇਂ ਦਾ ਵਿਸ਼ਨੂੰ ਦਾ ਭਗਵਾਨ ਹੈ ਉਸ ਤਰ੍ਹਾਂ ਦਾ ਭਗਵਾਨ ਬਣਾ ਦਿੱਤਾ, ਉਸ ਤਰ੍ਹਾਂ ਹੀ ਲੱਕੜ ਦੀਆਂ ਬਾਹਾਂ ਨੇ ਜਿਹੜੀਆਂ, ਰੰਗ ਜਿਹੜਾ ਸਰੀਰ ਦਾ ਉਸ ਤਰ੍ਹਾਂ ਦਾ ਕਲਰ ਕਰ ਦਿੱਤਾ, ਸਾਰਾ ਕੁਝ ਤਿਆਰ ਕਰਕੇ ਇਹਨੂੰ ਦੇ ਦਿੱਤਾ ਹੈ। ਤੇ ਇਹ ਕਹਿ ਦਿੱਤਾ ਵੀ ਜਦੋਂ ਕੱਲ ਨੂੰ ਅੰਮ੍ਰਿਤ ਵੇਲੇ ਮੱਥਾ ਟੇਕਣ ਆਵੇ ਨਾ ਤੇ ਉਦੋਂ ਤੂੰ ਇਹ ਕਹਿ ਦੇਵੀਂ ਵੀ ਮੈਂ ਤੇਰੀ ਛੱਤ ਤੇ ਆਵਾਂਗਾ। ਮੂਰਤੀ ਦੇ ਪਿੱਛੇ ਲੁੱਕ ਕੇ ਬਹਿ ਗਏ। ਜਦੋਂ ਬੱਚੀ ਨੇ ਅਰਦਾਸ ਕੀਤੀ ਹੈ ਤੇ ਇਸਨੇ ਕਹਿ ਦਿੱਤਾ ਵੀ ਮੈਂ ਤੇਰੀ ਛੱਤ ਤੇ ਆਵਾਂਗਾ। ਬੱਚੀ ਖੁਸ਼ ਹੋ ਗਈ ਵੀ ਵਿਸ਼ਨੂੰ ਭਗਵਾਨ ਜੀ ਆਉਣਗੇ, ਮੇਰੇ ਨਾਲ ਵਿਆਹ ਹੋ ਜਾਏਗਾ। ਇਹ ਰਾਤ ਨੂੰ ਜਦੋਂ ਛੱਤ ਤੇ ਗਈ ਏ ਤੇ ਉਹ ਮੁੰਡਾ ਜਿਹੜਾ ਭਗਵਾਨ ਦੇ ਜਰੀਏ ਛੱਤ ਤੇ ਆਣ ਕੇ ਉਤਰ ਗਿਆ। ਜਦੋਂ ਛੱਤ ਤੇ ਆਣ ਕੇ ਉਤਰ ਗਿਆ ਤੇ ਇਹਨਾਂ ਦਾ ਭਾਈ ਇਹਨਾਂ ਨੇ ਵਿਆਹ ਕਰਾ ਲਿਆ। ਬੱਚੀ ਨੇ ਆਪਣੇ ਮਾਤਾ ਪਿਤਾ ਨੂੰ ਦੱਸਤਾ ਜੀ ਮੇਰਾ ਤਾਂ ਵਿਸ਼ਨੂੰ ਜੀ ਨਾਲ ਵਿਆਹ ਹੋ ਗਿਆ। ਉਧਰ ਅਚਨਚੇਤ ਕੀ ਹੋਇਆ, ਰਾਜੇ ਦੇ ਉੱਤੇ ਕਿਸੇ ਦੂਜੇ ਰਾਜੇ ਨੇ ਚੜ੍ਹਾਈ ਕਰ ਦਿੱਤੀ ਹੈ ਤੇ ਇਹ ਆਪਣੀ ਬੱਚੀ ਨੂੰ ਕਹਿੰਦਾ ਪੁੱਤਰ ਤੇਰਾ ਹੁਣ ਪਤੀ ਵਿਸ਼ਨੂੰ ਭਗਵਾਨ ਹੈ ਤੇ ਰਾਜਾ ਜਿਹੜਾ ਚੜ੍ਹਾਈ ਕਰਕੇ ਆਇਆ ਹੈ ਬੜਾ ਤਾਕਤਵਰ ਹੈ, ਬੜਾ ਬਲਵਾਨ ਹੈ ਤੇ ਵਿਸ਼ਨੂੰ ਭਗਵਾਨ ਨੂੰ ਕਹੇ ਮੇਰੀ ਮਦਦ ਕਰੇ।
ਹੁਣ ਇਹਨੇ ਭਈ ਪੰਡਤ ਦੇ ਮੁੰਡੇ ਨੂੰ, ਜਿਹਨੂੰ ਵਿਸ਼ਨੂੰ ਸਮਝ ਕੇ ਵਿਆਹ ਕਰਾ ਲਿਆ ਸੀ, ਉਹਨੂੰ ਕਹਿੰਦੀ ਜੀ ਮਦਦ ਕਰੋ, ਤੇ ਇਹ ਹੁਣ ਭੱਜਣ ਲੱਗਾ ਹੈ। ਜਦੋਂ ਭੱਜਣ ਲੱਗਾ ਤੇ ਵਿਸ਼ਨੂੰ ਭਗਵਾਨ ਨੇ ਪ੍ਰਗਟ ਹੋ ਕੇ ਇਹਨੂੰ ਦਰਸ਼ਨ ਦੇ ਕੇ ਗੱਲ ਆਖੀ ਹੈ ਵੀ ਹੁਣ ਤੂੰ ਭੱਜ ਨਾ, ਇਸ ਮੈਦਾਨ ਦੇ ਵਿੱਚ ਉਤਰ, ਤੇ ਜਿਹੜਾ ਤੂੰ ਨਕਲੀ ਤਰਸ਼ੂਲ ਬਣਾਇਆ ਨਾ ਉਂਗਲ ਦੇ ਉੱਤੇ, ਇਹ ਚੱਲੇਗਾ ਤੇ ਦੁਸ਼ਮਣ ਦੀ ਸਾਰੀ ਫੌਜ ਖਪਾ ਹੋ ਜਾਏਗੀ, ਪਰ ਉਦੋਂ ਬਾਅਦ ਸਾਰੀ ਗੱਲ ਸੱਚ ਦੱਸ ਦੇਣੀ ਹੈ ਤੂੰ। ਹੁਣ ਭਗਤ ਸਦਨਾ ਜੀ ਇੱਥੇ ਪਰਮਾਤਮਾ ਨੂੰ ਇਹ ਦੱਸਦੇ ਨੇ, ਕਾਮਾਰਥੀ ਸਵਾਰਥੀ, ਸਵਾਰਥ ਸੀ ਇਹਦਾ, ਕਾਮਾਰਥੀ ਕਹਿੰਦੇ ਨੇ ਵਿਆਹ ਕਰਾਉਣ ਨੂੰ, ਇਹਦੀ ਤਮੰਨਾ ਸੀ ਇਹ, ਤੇ ਆਪਣੇ ਸਵਾਰਥ ਕਰਕੇ ਇਹਨੇ ਵਿਸ਼ਨੂੰ ਦਾ ਰੂਪ ਧਾਰਨ ਕੀਤਾ ਸੀ, ਤੇ ਪਰਮਾਤਮਾ ਨੇ ਆਪਣੇ ਧਾਰੇ ਹੋਏ ਰੂਪ ਦੀ ਇਸ ਤਰ੍ਹਾਂ ਇੱਜ਼ਤ ਰੱਖੀ। ਇਸ ਤਰ੍ਹਾਂ ਸਵਾਰਥ ਦੇ ਵਿੱਚੋਂ ਕਈ ਵਾਰੀ ਪਰਮਾਰਥ ਵੀ ਮਿਲ ਜਾਂਦਾ ਹੈ। ਹੁਣ ਧਰੂ ਭਗਤ ਦੀ ਗੱਲ ਕਰੀਏ, ਗੁਰਬਾਣੀ ਦੇ ਅੰਦਰ ਵੀ ਆਉਂਦਾ ਧਰੂ ਭਗਤ ਦਾ ਜ਼ਿਕਰ, ਆਪਣੇ ਸਵਾਏ ਕੀਨੋ ਮੀਤ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਧਰੂ ਭਗਤ ਦਾ ਨਾ ਆਪਣਾ ਇੱਕ ਸਵਾਰਥ ਸੀ। ਸਵਾਰਥ ਕੀ ਸੀ? ਪਿਤਾ ਦੀ ਝੋਲੀ ਦੇ ਵਿੱਚੋਂ ਮਤਰੇਈ ਮਾਂ ਨੇ ਕੱਢ ਕੇ ਪਰਾਂ ਬਿਠਾ ਦਿੱਤਾ ਵੀ ਤੂੰ ਇੱਥੇ ਨਹੀਂ ਬਹਿ ਸਕਦਾ, ਇੱਥੇ ਤਾਂ ਮੇਰਾ ਪੁੱਤਰ ਪਵੇਗਾ, ਤੇ ਸਵਾਰਥ ਹੋ ਗਿਆ ਵੀ ਪਿਤਾ ਦੀ ਗੋਦ ਲੈਣੀ ਹੈ ਤੇ ਰਾਜ ਭਾਗ ਵੀ ਆਪਾਂ ਲੈਣਾ ਹੈ, ਤੇ ਹੁਣ ਦਿਵਾਨ ਵਾਲਾ ਕੌਣ ਹੈ? ਇਹਨੇ ਪਰਮਾਤਮਾ ਦਾ ਆਸਰਾ ਲੈ ਲਿਆ, ਆਪਣੇ ਸਵਾਏ ਕੀਨੋ ਮੀਤ, ਰੱਬ ਨੂੰ ਮਿੱਤਰ ਬਣਾ ਲਿਆ। ਹੁਣ ਸਵਾਰਥ ਦੀ ਕਾਮਨਾ ਲੈ ਕੇ ਬੰਦਗੀ ਕਰਦਿਆਂ ਕਰਦਿਆਂ ਅੰਦਰ ਇਤਨਾ ਆਨੰਦ ਵੱਧ ਗਿਆ, ਸਕੂਨ ਹੋ ਗਿਆ ਕਿ ਜਿਹੜੇ ਸਵਾਰਥ ਦੇ ਨਾਲ ਜੁੜ ਕੇ ਬੰਦਗੀ ਕਰਨ ਲੱਗਾ ਸੀ ਨਾ, ਉਹ ਸਵਾਰਥ ਹੀ ਛੱਡ ਦਿੱਤਾ ਤੇ ਪ੍ਰਭੂ ਪਰਮਾਤਮਾ ਦੇ ਆਨੰਦ 'ਚ ਰਹਿਣ ਲੱਗ ਗਏ, ਜਿਸ ਕਰਕੇ ਸਵਾਰਥ ਵੀ ਪੂਰਾ ਹੋ ਗਿਆ ਤੇ ਪਰਮਾਰਥ ਦਾ ਜੀਵਨ ਸੀ ਜਿਹੜਾ ਉਹ ਵੀ ਬਣ ਗਿਆ, ਪਰਮਾਰਥ ਵੀ ਪੂਰਾ ਹੋ ਗਿਆ। ਇਸੇ ਤਰ੍ਹਾਂ ਅੱਜ ਦੇ ਪਾਵਨ ਸ਼ਬਦਾਂ ਦੇ ਅੰਦਰ ਧੰਨ ਗੁਰੂ ਅੰਗਦ ਦੇਵ ਜੀ ਸੱਚੇ ਸਤਿਗੁਰ ਨੇ ਕਿਰਪਾ ਕੀਤੀ, ਸਾਨੂੰ ਇਹ ਦੱਸਿਆ ਹੈ ਵੀ ਜੇ ਪ੍ਰਭੂ ਪਰਮਾਤਮਾ ਦਾ ਸਾਡੇ ਅੰਦਰ ਡਰ ਹੋਵੇ ਤੇ ਫਿਰ ਬਾਹਰ ਦੇ ਡਰ ਨੇ ਨਾ ਜਿਹੜੇ, ਉਹ ਸਾਨੂੰ ਕੁਝ ਨਹੀਂ ਕਰ ਸਕਦੇ। ਸਾਨੂੰ ਬਾਹਰੋਂ ਡਰ ਹੀ ਨਹੀਂ ਲੱਗਦਾ, ਬਾਹਰ ਦਾ ਡਰ ਹੈ ਜਿਹੜਾ ਉਹ ਰਹਿੰਦਾ ਹੀ ਨਹੀਂ। ਸੋ ਗੁਰੂ ਜੀ ਰਹਿਮਤ ਕਰਦੇ ਨੇ, ਜਿਨ੍ਹਾਂ ਭਾਉ ਤਿਨ ਨਾਹੀ ਭਾਉ, ਜਿਨ੍ਹਾਂ ਦੇ ਅੰਦਰ ਪ੍ਰਭੂ ਪਰਮਾਤਮਾ ਦਾ ਡਰ ਹੈ ਉਹਨਾਂ ਨੂੰ ਫਿਰ ਕਿਸੇ ਦਾ ਡਰ ਨਹੀਂ। ਮੁੱਚ ਭਾਉ ਨੇ ਭਵਿਆਹ, ਮੁੱਚ ਭਾਉ ਕਹਿੰਦੇ ਨੇ ਵੱਡੇ ਡਰ ਨੂੰ, ਨੇ ਭਵਿਆਹ ਦਾ ਅਰਥ ਹੈ ਨਹੀਂ ਪਾਉਂਦੇ ਜੂਨਾਂ ਦੇ ਵਿੱਚ, ਨੇ ਭਵਿਆਹ ਦਾ ਅਰਥ ਹੈ ਨਹੀਂ ਪਾਉਂਦੇ ਜੂਨਾਂ ਦੇ ਵਿੱਚ, ਜਿਨ੍ਹਾਂ ਦੇ ਅੰਦਰ ਉਸ ਵੱਡੇ ਦਾ ਡਰ ਆ ਜਾਂਦਾ ਹੈ। ਇਸੇ ਤਰ੍ਹਾਂ ਗੁਰੂ ਮਹਾਰਾਜ ਜੀ ਨੇ ਗੌੜੀ ਰਾਗਣੀ ਦਾ ਜੋ ਆਪਾਂ ਨੇ ਸ਼ਬਦ ਸ਼ੁਰੂ ਕੀਤਾ ਸੀ, ਡਰੇ ਘਰ ਘਰੇ ਡਰ, ਡਰੇ ਡਰ ਜਾਏ, ਸੋ ਡਰ ਕਿਹਾ ਜਿਤ ਡਰੇ ਡਰ ਪਾਏ, ਵੀ ਉਹ ਕਿਹੜਾ ਡਰ ਹੈ ਜਿਸ ਡਰ ਦੇ ਡਰਿਆਂ ਡਰ ਨੂੰ ਹੀ ਪ੍ਰਾਪਤ ਕਰ ਲਈਦਾ ਹੈ। ਗੁਰੂ ਨਾਨਕ ਦੇਵ ਜੀ ਉੱਥੇ ਦੱਸਦੇ ਨੇ ਵੀ ਉਹ ਡਰ ਕਿਹੜਾ ਹੈ ਜਿਹੜੇ ਡਰ ਦੇ ਨਾਲ ਡਰ ਨੂੰ ਹੀ ਆਪਾਂ ਪ੍ਰਾਪਤ ਕਰ ਲੈਂਦੇ ਹਾਂ। ਇੱਥੇ ਡਰ ਨੂੰ ਪ੍ਰਾਪਤ ਕਰਨ ਦਾ ਅਰਥ ਇਹ ਹੈ ਵੀ ਅਸੀਂ ਡਰ ਦੇ ਮਾਲਕ ਬਣ ਜਾਂਦੇ ਹਾਂ। ਜਦੋਂ ਅਸੀਂ ਡਰ ਦੇ ਮਾਲਕ ਬਣ ਗਏ, ਡਰ ਨੂੰ ਅਸੀਂ ਪ੍ਰਾਪਤ ਕਰ ਲਿਆ, ਤੇ ਫਿਰ ਸਾਨੂੰ ਡਰ ਕਾਹਦਾ ਰਹਿਣਾ ਹੈ? ਮਾਲਕ ਨੂੰ ਤਾਂ ਆਪਣੇ ਗੁਲਾਮ ਨੌਕਰ ਦਾ ਜਾਂ ਆਪਣੀ ਚੀਜ਼ ਦਾ ਡਰ ਨਹੀਂ ਹੁੰਦਾ, ਡਰ ਤਾਂ ਉੱਪਰੀ ਚੀਜ਼ ਦਾ ਹੁੰਦਾ ਹੈ। ਸੋ ਗੁਰੂ ਮਹਾਰਾਜ ਜੀ ਨੇ ਇੱਥੇ ਇਸ ਤੁਕ ਦੇ ਅੰਦਰ, ਇਸ ਸ਼ਬਦ ਦੇ ਅੰਦਰ ਵੀ ਇਹੀ ਕਿਰਪਾ ਕੀਤੀ, ਜਿਨ੍ਹਾਂ ਭਾਉ ਦਾ ਅਰਥ ਜਿਨ੍ਹਾਂ ਦੇ ਅੰਦਰ ਰੱਬ ਦਾ ਡਰ ਹੈ। ਤਿੰਨ ਨਾਹੇ ਭਾਉ, ਉਹਨਾਂ ਨੂੰ ਫਿਰ ਕਿਸੇ ਹੋਰ ਤਰ੍ਹਾਂ ਦਾ ਡਰ ਹੈ ਜਿਹੜਾ ਇਹ ਨਹੀਂ ਹੋਏਗਾ। ਮੁੱਚ ਭਾਉ, ਇਹ ਵੱਡਾ ਡਰ ਹੈ ਉਸ ਪ੍ਰਭੂ ਪਰਮਾਤਮਾ ਦਾ। ਨੇ ਭਵਿਆਹ, ਇਹਦੇ ਨਾਲ ਫਿਰ ਮਨੁੱਖ ਜਿਹੜਾ ਉਹ ਥਿੜਕਦਾ ਨਹੀਂ। ਦੂਜਾ ਅਰਥ ਇਹਦਾ ਨੇ ਭਵਿਆਹ ਦਾ ਅਰਥ ਕਰਦੇ ਨੇ ਭੌਂਦਾ ਨਹੀਂ। ਜਿਵੇਂ ਆਪਾਂ ਕਹਿੰਦੇ ਨਾ ਇਹ ਬੰਦਾ ਮੁੱਕਰ ਗਿਆ, ਇਹ ਭੌਂ ਗਿਆ, ਆਪਾਂ ਕਿਸੇ ਨਾਲ ਜ਼ਬਾਨ ਕਰ ਲਈਏ ਵੀ ਅਸੀਂ ਫਲਾਣੇ ਟਾਈਮ ਤੇਰਾ ਫਲਾਣਾ ਕੰਮ ਕਰ ਦਿਆਂਗੇ, ਤੇ ਬਾਅਦ ਦੇ ਵਿੱਚ ਫਿਰ ਅਸੀਂ ਮੁੱਕਰ ਜਾਈਏ, ਭੌਂ ਜਾਈਏ, ਬਦਲ ਜਾਈਏ। ਅੱਡ ਬੋਲੀਆਂ ਨੇ, ਕਈ ਥਾਵਾਂ ਤੇ ਕਹਿੰਦੇ ਨੇ ਉਹ ਮੁੱਕਰ ਗਿਆ ਹੈ, ਤੇ ਕਈ ਥਾਵਾਂ ਤੇ ਕਹਿੰਦੇ ਨੇ ਉਹ ਬਦਲ ਗਿਆ ਹੈ, ਕਈ ਥਾਵਾਂ ਤੇ ਕਹਿੰਦੇ ਨੇ ਉਹ ਭੌਂ ਗਿਆ ਹੈ, ਭਾਵ ਬਦਲ ਗਿਆ, ਮੁੱਕਰ ਗਿਆ। ਤੇ ਇਹ ਸਾਰੇ ਸ਼ਬਦ ਨੇ ਜਿਹੜਾ ਇਹਨਾਂ ਦਾ ਅਰਥ ਇਹ ਹੈ ਵੀ ਉਹ ਆਪਣੀ ਕਹੀ ਹੋਈ ਗੱਲ ਤੇ ਰੁਕਿਆ ਨਹੀਂ, ਥਿੜਕ ਗਿਆ ਹੈ, ਇਹ ਡੋਲ ਗਿਆ ਜਾਂ ਬਦਲ ਗਿਆ। ਸੋ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਭਾਉ ਮੁੱਚ, ਜਿਹੜਾ ਵੱਡਾ ਡਰ ਹੈ ਨਾ ਉਸ ਪ੍ਰਭੂ ਪਰਮਾਤਮਾ ਦਾ, ਮੁੱਚ ਭਾਉ
ਇਹ ਵੱਡਾ ਡਰ ਜਦੋਂ ਸਾਨੂੰ ਪ੍ਰਾਪਤ ਹੋ ਜਾਂਦਾ ਹੈ, ਨਹੀਂ ਭਵਿਆਏ, ਫਿਰ ਅਸੀਂ ਦੂਜੇ ਆਮ ਡਰ ਨੇ ਜਿਹੜੇ ਉਹਨਾਂ ਤੋਂ ਥਿੜਕਦੇ ਨਹੀਂ, ਡੋਲਦੇ ਨਹੀਂ, ਜੂਨਾਂ ਦੇ ਵਿੱਚ ਨਹੀਂ ਪਾਉਂਦੇ ਹਾਂ ਜੀ। ਨਾਨਕ ਇਹੋ ਪਟੰਤਰਾ ਤਿਤ ਦੀਵਾਨ ਗਿਆ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਬਸ ਇਹੀ ਪੜਦਾ ਹੈ। ਪਟੰਤਰਾ ਦਾ ਅਰਥ ਹੁੰਦਾ ਹੈ ਪੜਦਾ, ਤੇ ਪਟੰਤਰਾ ਦਾ ਅਰਥ ਇਹ ਵੀ ਜੇ ਅਦਲਾ ਤੇ ਬਦਲਾ ਕਰ ਲੈਣਾ, ਪਾਸਾ ਪਰਤ ਲੈਣਾ। ਪਟੰਤਰਾ ਦਾ ਅਰਥ ਇਹ ਵੀ ਹੈ ਪਾਸਾ ਪਰਤ ਲੈਣਾ, ਅਦਲਾ ਬਦਲਾ ਤਬਾਦਲਾ ਕਰ ਲੈਣਾ। ਜਿਵੇਂ ਅਸੀਂ ਕਿਸੇ ਨੂੰ ਗਾਂ ਦੇ ਕੇ ਉਸ ਤੋਂ 2 ਬੱਕਰੀਆਂ ਜਾਂ ਕੁਝ ਹੋਰ ਲੈ ਲਈਏ, ਇਹ ਵੱਡਾ ਸੱਟਾ ਜਿਹਾ ਹੋ ਜਾਂਦਾ ਹੈ, ਇਹਨੂੰ ਵੀ ਪਟੰਤਰਾ ਆਖ ਦਿੰਦੇ ਨੇ। ਤੇ ਪਟੰਤਰਾ ਦਾ ਅਰਥ ਪੜਦਾ ਵੀ ਹੈ। ਪੱਟ ਦਾ ਅਰਥ ਹੁੰਦਾ ਕੱਪੜਾ, ਤੇ ਅੰਤਰਾ ਦਾ ਅਰਥ ਹੈ ਫਰਕ। ਬਸ ਇਹ ਇਤਨਾ ਕੁ ਫਰਕ ਹੈ, ਜਿਵੇਂ ਇੱਕ ਕੱਪੜਾ ਵਿਚਾਲੇ ਤਾਣਿਆ ਹੋਵੇ, ਇੱਕ ਪਾਸੇ ਕੁਝ ਹੋਰ ਹੋਵੇ, ਦੂਜੇ ਪਾਸੇ ਕੁਝ ਹੋਰ ਹੋਵੇ, ਜਦੋਂ ਵਿੱਚੋਂ ਕੱਪੜਾ ਚੱਕ ਦਈਏ ਤੇ ਸਾਰਾ ਕੁਝ ਇੱਕੋ ਹੀ ਹੋ ਜਾਵੇ। ਹੁਣ ਗੁਰੂ ਜੀ ਰਹਿਮਤ ਕਰਦੇ ਨੇ, ਸਾਨੂੰ ਇਹ ਦੱਸਿਆ, ਦੁਬਾਰਾ ਫਿਰ ਮੈਂ ਸ਼ੁਰੂ ਤੋਂ ਕਰਾਂਗਾ ਤਾਂ ਕਿ ਆਪ ਜੀ ਨੂੰ ਗੱਲ ਦੀ ਸਮਝ ਆ ਜਾਵੇ ਕਿ ਜਦੋਂ ਪਰਮਾਤਮਾ ਦਾ ਡਰ ਸਾਡੇ ਅੰਦਰ ਆ ਜਾਵੇ ਨਾ, ਤੇ ਫਿਰ ਬਾਕੀ ਡਰ ਨੇ ਜਿਹੜੇ, ਉਹ ਡਰ ਸਾਨੂੰ ਕੁਝ ਵੀ ਨਹੀਂ ਆਖਦੇ, ਕਿਉਂਕਿ ਉਸ ਪ੍ਰਭੂ ਪਰਮਾਤਮਾ ਦਾ ਡਰ ਹੈ ਜਿਹੜਾ ਬਾਕੀ ਸਾਰੇ ਡਰ ਜਿਹੜੇ ਨੇ ਨਾ ਉਹਦੇ ਵਿੱਚ ਸਮਾ ਜਾਂਦੇ ਨੇ। ਉਹ ਇਤਨਾ ਵਿਸ਼ਾਲ ਹੈ, ਇਤਨਾ ਮਹਾਨ ਹੈ ਕਿ ਬਾਕੀ ਸਾਰੇ ਡਰ ਉਹਦੇ ਵਿੱਚ ਸਮਾ ਜਾਂਦੇ ਨੇ, ਜਿਸ ਕਰਕੇ ਫਿਰ ਅਸੀਂ ਥਿੜਕਦੇ ਨਹੀਂ, ਬਾਕੀ ਸਾਰੇ ਡਰਾਂ ਦੇ ਮਾਲਕ ਬਣ ਜੀਦਾ, ਖਸਮ ਬਣ ਜੀਦਾ। ਨਾਨਕ ਇਹੋ ਪਟੰਤਰਾ, ਗੁਰੂ ਜੀ ਰਹਿਮਤ ਕਰਦੇ ਨੇ, ਬਸ ਇਹੀ ਅਸੀਂ ਆਪਣੇ ਆਪ ਨੂੰ ਬਦਲਣਾ ਹੈ, ਜਾਂ ਇਹੀ ਸਾਡੇ ਅੰਦਰ ਇੱਕ ਪੜਦਾ ਹੈ, ਤਿਤ ਦੀਵਾਨ ਗਿਆ ਹੈ। ਇਹਦਾ ਪਤਾ ਕਿੱਥੇ ਲੱਗਦਾ ਹੈ? ਦੀਵਾਨ ਦਾ ਅਰਥ ਹੈ ਕਚਹਿਰੀ, ਫੈਸਲਾ। ਉਹ ਸੱਚੇ ਸਤਿਗੁਰ ਦੇ ਦੀਵਾਨ ਤੇ ਜਦੋਂ ਅਸੀਂ ਜਾਂਦੇ ਹਾਂ ਨਾ, ਫਿਰ ਉੱਥੇ ਜਾ ਕੇ ਇਸ ਗੱਲ ਦਾ ਅਸਲ ਵਿੱਚ ਪਤਾ ਲੱਗਦਾ। ਭਾਵ ਅੰਦਰ ਦੀ ਜਿਹੜੀ ਅਵਸਥਾ ਹੈ ਉਹ ਪ੍ਰਭੂ ਪਰਮਾਤਮਾ ਦੇ ਚਰਨਾਂ ਦੇ ਤੱਕ ਅਪਰੋਚ ਵਾਲੀ ਬਣ ਜਾਵੇ, ਤੇ ਫਿਰ ਇਹ ਜਿਹੜਾ ਪੜਦਾ ਹੈ ਅੰਦਰ ਦਾ, ਇਹ ਖੁੱਲਦਾ ਹੈ ਜੀ। ਮਹੱਲਾ ਦੂਜਾ। ਤੁਰਦੇ ਕੋ ਤੁਰਦਾ ਮਿਲੈ, ਉਡਤੇ ਕੋ ਉਡਤਾ। ਜਿਵੇਂ ਤਾਂ ਕੱਲ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ 5 ਸ਼ਲੋਕ ਆਏ ਸਨ, ਤੇ ਉਹਨਾਂ 5 ਸ਼ਲੋਕਾਂ ਦੇ ਵਿੱਚ ਵੱਖ-ਵੱਖ ਤਰੀਕਿਆਂ ਦੇ ਨਾਲ ਹੀ ਕੋਈ ਗੱਲ ਸਮਝਾਈ ਸੀ। ਉਸੇ ਤਰ੍ਹਾਂ ਹੁਣ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਨਾ 2 ਸ਼ਲੋਕ ਨੇ, ਤੇ ਦੋਵਾਂ ਸ਼ਲੋਕਾਂ ਦੇ ਵਿੱਚ ਵੱਖ-ਵੱਖ ਤਰੀਕਿਆਂ ਦੇ ਨਾਲ ਗੱਲ ਇੱਕੋ ਹੀ ਹੈ, ਖਿਆਲ ਇੱਕੋ ਹੀ ਹੈ, ਇਹ ਸਮਝਾਉਣਾ ਕੀਤਾ ਹੈ। ਹੁਣ ਗੁਰੂ ਜੀ ਰਹਿਮਤ ਕਰਦੇ ਨੇ, ਤੁਰਦੇ ਕਉ ਤੁਰਦਾ ਮਿਲੈ। ਇੱਕ ਤੁਰਿਆ ਜਾਂਦਾ ਹੈ ਤੇ ਉਹਦੇ ਨਾਲ ਅਸੀਂ ਤੁਰ ਕੇ ਰਲ ਕੇ ਅੱਗੇ ਜਾਵਾਂਗੇ। ਉੜਦੇ ਕੋ ਉੜਦਾ ਮਿਲੇ, ਇੱਕ ਉੜਦਾ ਹੈ ਤੇ ਉੜਦੇ ਦੇ ਨਾਲ ਤਾਂ ਭਾਈ ਫਿਰ ਉੜਦਾ ਹੋਈ ਰਲ ਸਕਦਾ ਨਾ, ਜਿਹੜਾ ਤੁਰਦਾ ਉਹ ਉੜਦੇ ਨਾਲ ਨਹੀਂ ਲੜੇਗਾ। ਦਾਸ ਨੇ ਪ੍ਰਾਰੰਭਤਾ ਦੇ ਵਿੱਚ ਬੇਨਤੀ ਕਰ ਦਿੱਤੀ ਸੀ, ਪਾਵਨ ਸ਼ਬਦ ਧੰਨ ਗੁਰੂ ਅੰਗਦ ਦੇਵ ਜੀ ਸੱਚੇ ਸਤਿਗੁਰ ਦੇ ਨੇ। ਜਿਹੜੇ ਸ਼ਬਦ ਗੁਰੂ ਨਾਨਕ ਦੇਵ ਜੀ ਦੇ ਨੇ ਨਾ, ਉਹਨਾਂ ਦੇ ਵਿੱਚ ਇਤਨਾ ਮਹਾਨ ਗਿਆਨ ਬਖਸ਼ਿਸ਼ ਕੀਤਾ ਹੈ ਕਿ ਉਹਦੀ ਜਿੰਨੀ ਖੋਜ ਕਰਦੇ ਜਾਈਏ, ਅੱਗੇ ਤੋਂ ਅੱਗੇ ਸ਼ਬਦ ਜਿਹੜਾ ਹੋਰ ਨਿਕਲਦਾ ਜਾਂਦਾ ਹੈ। ਕਿਸੇ ਗੁਰਮੁਖ ਪਿਆਰੇ ਨੇ ਤੇ ਵਿਆਖਿਆ ਕਰਦੇ ਹੋਏ ਨੇ ਫਿਰ ਇੱਕ ਕਵਿਤਾ ਲਿਖ ਦਿੱਤੀ, ਗੁਰੂ ਨਾਨਕ ਕੀ ਬਾਤ ਮੇਂ ਵੀ ਬਾਤ ਹੈ। ਕਹਿੰਦਾ ਗੁਰੂ ਨਾਨਕ ਦੇਵ ਜੀ ਜਦੋਂ ਕੋਈ ਗੱਲ ਕਰਦੇ ਨੇ ਨਾ, ਉਸ ਗੱਲ ਦੇ ਵਿੱਚ ਅੱਗੇ ਕੋਈ ਹੋਰ ਗੱਲ ਹੁੰਦੀ ਹੈ। ਫਿਰ ਜਦੋਂ ਉਸ ਗੱਲ ਨੂੰ ਪਕੜ ਦੇ ਵਿੱਚ ਲਿਆਈਦਾ ਹੈ, ਫਿਰ ਅੱਗੋਂ ਕੋਈ ਹੋਰ ਗੱਲ ਨਿਕਲ ਜਾਂਦੀ ਹੈ, ਤੇ ਉਹ ਕਹਿੰਦਾ ਮੇਰੇ ਤੋਂ ਇਸ ਦੀ ਵਿਆਖਿਆ ਨਹੀਂ ਹੁੰਦੀ। ਭਾਵ ਗੁਰੂ ਨਾਨਕ ਦੇਵ ਜੀ ਦੇ ਸ਼ਬਦਾਂ ਦੀ ਜਿਹੜੀ ਵਿਆਖਿਆ ਉਹਦੇ ਅੰਤ ਤੱਕ ਮੈਂ ਨਹੀਂ ਜੇ ਪਹੁੰਚ ਸਕਦਾ, ਤੇ ਆ ਮੇਰੀ ਕਲਮ ਤੇ ਦੁਆਤ ਤੇ ਕਿਤਾਬ ਇੱਥੇ ਕਹਿੰਦਾ ਮੈਂ ਰੱਖ ਦਿੱਤੀ। ਮੈਂ ਤਾਂ ਹੁਣ ਬਸ ਧੰਨ ਗੁਰੂ ਨਾਨਕ ਦੇਵ ਜੀ ਦਾ ਪ੍ਰੇਮ ਹੀ ਪ੍ਰਾਪਤ ਕਰਨਾ ਹੈ। ਹੁਣ ਇਸੇ ਤਰ੍ਹਾਂ ਗੁਰੂ ਅੰਗਦ ਦੇਵ ਜੀ ਸੱਚੇ ਸਤਿਗੁਰ ਜੋ ਸ਼ਬਦ ਲਿਖਦੇ ਨੇ, ਉਹਦੇ ਵਿੱਚ ਇਤਨੀ ਜ਼ਿਆਦਾ ਡੰਗਾਈ ਹੈ, ਤੇ ਜੇ ਆਮ ਸੋਚੀਏ ਤੇ ਕੀ ਸਾਨੂੰ ਇਹ ਨਹੀਂ ਪਤਾ ਹੈਗਾ ਵੀ ਤੁਰਦੇ ਨੂੰ ਤੁਰਦਾ ਮਿਲਦਾ ਤੇ ਉੜਦੇ ਨੂੰ ਉੜਦਾ ਮਿਲਦਾ, ਤੇ ਫਿਰ ਗੁਰੂ ਜੀ ਨੇ ਸ਼ਬਦ ਕਿਉਂ ਲਿਖੇ ਨੇ? ਇਹ ਗੁਰੂ ਜੀ ਨੇ ਇਸ ਵਾਸਤੇ ਸ਼ਬਦ ਲਿਖੇ ਨੇ, ਜੋ ਪਿਛਲਾ ਸ਼ਬਦ ਆਇਆ ਸੀ ਨਾ, ਨਾਨਕ ਇਹੋ ਪਟੰਤਰਾ, ਇਹ ਉਹਦੀ ਵਿਆਖਿਆ ਹੈ। ਨਾਨਕ ਇਹੋ ਪਟੰਤਰਾ, ਇਹੋ ਸ਼ਬਦ ਦੀ ਵਿਆਖਿਆ ਜੀ। ਗੁਰੂ ਜੀ ਨੇ ਕਿਹਾ ਸੀ ਨਾ ਵੀ ਇੱਕ ਪੜਦਾ ਹੈ, ਇੱਕ ਅੰਤਰ ਹੈ, ਵਿੱਚ ਕੱਪੜਾ ਪਾਇਆ ਹੋਇਆ ਹੈ, ਜਾਂ ਇੱਕ ਇਹ ਤਬਾਦਲਾ ਹੈ, ਅੰਦਰ ਦਾ ਇੱਕ ਬਦਲਾਵ ਹੈ।
ਤੇ ਹੁਣ ਗੁਰੂ ਜੀ ਇਹ ਦੱਸਦੇ ਨੇ ਵੀ ਵੇਖੋ ਜਿਹੜਾ ਤੁਰਿਆ ਜਾਂਦਾ ਹੈ ਨਾ, ਉਹ ਤੁਰੇ ਜਾਂਦੇ ਦੇ ਨਾਲ ਰਲ ਕੇ ਤੇ ਉਹਦੀ ਗੱਲ ਨੂੰ ਸਮਝ ਲਵੇਗਾ। ਹੁਣ ਜਿਹੜਾ ਉੱਡਿਆ ਜਾਂਦਾ, ਉੱਡੇ ਜਾਂਦੇ ਦੀ ਗੱਲ ਸਾਨੂੰ ਕਿੱਥੋਂ ਸਮਝ ਆਏਗੀ? ਉਹਦੀ ਗੱਲ ਨਹੀਂ ਸਮਝ ਆਏਗੀ, ਉਹ ਤਾਂ ਛਾਂ ਕਰਕੇ ਸਾਡੇ ਸਿਰ ਦੇ ਉੱਤੋਂ ਲੰਘ ਜਾਣਾ ਹੈ। ਇਸੇ ਤਰ੍ਹਾਂ ਜਿਸ ਗੁਰਮੁਖ ਪਿਆਰੇ ਦੇ ਅੰਦਰ ਜਿਤਨੀ ਕੁ ਸਮਝ ਹੁੰਦੀ ਹੈ ਨਾ, ਉਹਨੂੰ ਓਨੀ ਗੱਲ ਦੀ ਸਮਝ ਆਉਂਦੀ ਜੇ। ਇਹ ਗੱਲ ਦੱਸੀ ਹੈ ਗੁਰੂ ਮਹਾਰਾਜ ਜੀ ਨੇ। ਮੈਂ ਇੱਕ ਵਾਰੀ ਫਿਰ ਥੋੜਾ ਜਿਹਾ ਨਾ ਆਪ ਜੀ ਦੀ ਸੇਵਾ ਵਿੱਚ ਕੀ ਗੱਲ ਦੀ ਸਮਝ ਆ ਜਾਵੇ। ਗੁਰੂ ਜੀ ਰਹਿਮਤ ਕਰਦੇ ਨੇ, ਨਾਨਕ ਇਹੋ ਪਟੰਤਰਾ ਭਾਈ ਇਹ ਪੜਦਾ ਹੈ। ਇਹ ਹੁਣ ਪੜਦਾ ਕਿਹੜਾ ਹੈ? ਸਾਡੇ ਅੰਦਰ ਇਹ ਖਿਆਲ ਨਾ ਬਣ ਜਾਵੇ ਵੀ ਸ਼ਾਇਦ ਕੋਈ ਸਾਡੇ ਅੰਦਰ ਮਾਸ ਦਾ ਪੜਦਾ ਜਿਹਨੂੰ ਪਾੜਨਾ ਪਵੇਗਾ। ਜਿਵੇਂ ਅੱਜ ਕੱਲ੍ਹ ਦੇ ਕਈ ਜਿਹੜੇ ਸਿਆਣੇ ਸਮਝਦਾਰ ਨੇ ਨਾ, ਉਹਨਾਂ ਨੇ ਕਈ ਪ੍ਰਕਾਰ ਦੀਆਂ ਵਿਧੀਆਂ ਬਣਾ ਰੱਖੀਆਂ ਨੇ। ਕਹਿੰਦੇ ਨੇ ਜੇ ਇਸ ਵਿਧੀ ਨਾਲ ਕਰਾਂਗੇ ਤੇ ਆਹ ਚੱਕਰ ਖੁੱਲ ਜਾਏਗਾ, ਇਸ ਵਿਧੀ ਨਾਲ ਕਰਾਂਗੇ ਤੇ ਇਸ ਤਰ੍ਹਾਂ ਖੁੱਲ ਜਾਏਗਾ। ਹੈਗਾ ਕੁਝ ਵੀ ਨਹੀਂ, ਹੈਗਾ ਕੁਝ ਵੀ ਨਹੀਂ। ਬਸ ਦੁਨੀਆ ਦੇ ਅੰਦਰ ਭੁਲੇਖਾ ਹੈ। ਜਿਹੜੀ ਚੀਜ਼ ਸਾਨੂੰ ਨਹੀਂ ਦਿਸਦੀ, ਕੋਈ ਕਿਵੇਂ ਮਰਜ਼ੀ ਦੱਸੀ ਜਾਵੇ, ਫਿਰ ਅਸੀਂ ਮੰਨੀ ਜਾਣਾ ਹੈ ਨਾ। ਹੁਣ ਇੱਥੇ ਗੁਰੂ ਜੀ ਨੇ ਭੁਲੇਖਾ ਦੂਰ ਕੀਤਾ ਵੀ ਗੁਰਸਿੱਖ ਕਿਤੇ ਇਹ ਨਾ ਸਮਝ ਲੈਣ ਵੀ ਸਾਡੇ ਅੰਦਰ ਕੋਈ ਮਾਸ ਦਾ ਪਰਦਾ ਪਾਇਆ ਹੋਇਆ ਹੈ ਜਾਂ ਸਾਡੇ ਅੰਦਰ ਕੋਈ ਹੋਰ ਕਿਸੇ ਤਰ੍ਹਾਂ ਦਾ ਪਰਦਾ ਹੈ। ਗੁਰੂ ਜੀ ਕਹਿੰਦੇ ਨਹੀਂ, ਇੱਥੇ ਪਰਦਾ ਕਾਹਦਾ ਹੈ? ਇੱਥੇ ਪਰਦਾ ਸਾਡੀ ਸਮਝ ਦਾ ਹੈ। ਅਸੀਂ ਗੱਲ ਨੂੰ ਕਿੰਨਾ ਸਮਝਦੇ ਹਾਂ। ਤੁਰਦੇ ਕੋ ਤੁਰਦਾ ਮਿਲੇ। ਹੁਣ ਜਿੰਦੀ ਅਵਸਥਾ ਤੁਰ ਰਹੀ ਏ, ਉਹ ਤੁਰਦੀ ਹੋਈ ਅਵਸਥਾ ਨੂੰ ਸਮਝ ਲੇਗਾ। ਜਿਵੇਂ ਆਪਾਂ ਕਈ ਵਾਰੀ ਕਹਿ ਦਿੰਦੇ ਆ ਇਹ ਭਾਈ ਅੰਤਰਮੁਖ ਬਿਰਤੀ ਏ। ਹੁਣ ਜਿਹਨੂੰ ਪਤਾ ਹੀ ਨਹੀਂ ਵੀ ਅੰਤਰਮੁਖ ਬਿਰਤੀ ਵੀ ਹੁੰਦੀ ਹੈ ਤੇ ਕਿਵੇਂ ਹੁੰਦੀ ਹੈ, ਉਹਨੂੰ ਗੱਲ ਦੀ ਸਮਝ ਹੀ ਨਹੀਂ ਆਏਗੀ। ਉਹ ਨਾ ਜ਼ਰੂਰ ਸੁਣ ਲੇਗਾ ਪਰ ਉਹਨੂੰ ਗੱਲ ਦੀ ਸਮਝ ਨਹੀਂ ਆਏਗੀ। ਤੇ ਇਸੇ ਤਰ੍ਹਾਂ ਗੁਰੂ ਮਹਾਰਾਜ ਜੀ ਇੱਥੇ ਸਾਨੂੰ ਦੱਸਦੇ ਨੇ, ਤੁਰਦੇ ਕੋ ਤੁਰਦਾ ਮਿਲੇ। ਹੁਣ ਜਿਵੇਂ ਤੁਰੇ ਜਾਂਦੇ ਦੇ ਨਾਲ ਤੁਰਿਆ ਜਾਂਦਾ ਮਿਲ ਕੇ ਉਹਦੇ ਨਾਲ ਵਿਚਾਰਾ ਕਰ ਸਕਦਾ, ਗੱਲਬਾਤ ਸਮਝ ਵੀ ਸਕਦਾ ਤੇ ਸਮਝਾ ਵੀ ਸਕਦਾ ਹੈ। ਉਸੇ ਤਰ੍ਹਾਂ ਜਿਨ੍ਹਾਂ ਦੀ ਅੰਦਰ ਦੀ ਅਵਸਥਾ ਬਣੀ ਹੋਈ ਹੈ, ਅਵਸਥਾ ਤੁਰੀ ਹੋਈ ਹੈ, ਉਹ ਤੁਰੀ ਹੋਈ ਅਵਸਥਾ ਦੀ ਜਿਹੜੀ ਗੱਲ ਹੈ ਨਾ, ਉਹ ਸਮਝਣਗੇ। ਤੇ ਅੱਗੇ ਗੁਰੂ ਜੀ ਰਹਿਮਤ ਕਰਦੇ ਨੇ, ਉੱਡਤੇ ਕੋ ਉੱਡਤਾ। ਜਿਨ੍ਹਾਂ ਦੇ ਅੰਦਰ ਅਧਿਆਤਮਿਕ ਕਿਰਪਾ ਹੋ ਗਈ ਹੈ ਤੇ ਅਧਿਆਤਮਿਕ ਦੀ ਦੁਨੀਆ ਦੇ ਵਿੱਚ ਅਡਾਰੀਆਂ ਮਾਰਦੇ ਨੇ, ਫਿਰ ਉਹਦੀ ਅਵਸਥਾ ਨੂੰ, ਉਹਦੀ ਕਹੀ ਹੋਈ ਗੱਲ ਨੂੰ ਉਹ ਹੀ ਸਮਝੇਗਾ। ਇੱਥੇ ਮੈਂ ਇੱਕ ਹੋਰ ਨੁਕਤਾ ਪੇਸ਼ ਕਰਾਂ। 3 ਪ੍ਰਕਾਰ ਦਾ ਮਨੁੱਖਾ ਜੀਵਨ ਹੈ। ਇੱਕ ਹੈ ਪਾਗਲ, ਇੱਕ ਹੈ ਆਮ ਮਨੁੱਖ, ਤੇ ਤੀਸਰਾ ਜਿਹੜਾ ਉਹ ਅਧਿਆਤਮਿਕ, ਜਿਹਨੂੰ ਆਪਾਂ ਸੰਤ ਸਾਧ ਆਖ ਸਕਦੇ ਹਾਂ। ਇਹ 3 ਨੇ। ਸੰਤ ਦੀ ਗੱਲ ਹੈ ਜਿਹੜੀ, ਉਹ ਵੀ ਸੰਸਾਰ ਨੂੰ ਸਮਝ ਨਹੀਂ ਆਉਂਦੀ, ਤੇ ਜਿਹੜਾ ਪਾਗਲ ਹੈ ਉਹਦੀ ਗੱਲ ਅਸੀਂ ਸੁਣਨਾ ਹੀ ਨਹੀਂ ਚਾਹੁੰਦੇ। ਜਿਹੜਾ ਮਨੁੱਖ ਪਾਗਲ ਹੋ ਗਿਆ, ਜਿਹਦਾ ਦਿਮਾਗ ਫੇਲ ਹੋ ਗਿਆ ਹੈ, ਪਾਗਲ ਦਾ ਅਰਥ ਹੁੰਦਾ ਪਾਗਲ, ਜਿਹਨੇ ਇੱਕ ਗੱਲ ਨੂੰ ਹੀ ਫੜ ਲਿਆ ਹੈ, ਉਹਨੂੰ ਅਸੀਂ ਪਾਗਲ ਕਹਿ ਦਿੰਦੇ ਆ। ਉਹਦੀ ਗੱਲ ਸਾਨੂੰ ਸਮਝ ਵੀ ਨਹੀਂ ਆਉਂਦੀ ਤੇ ਅਸੀਂ ਉਹਦੀ ਗੱਲ ਨੂੰ ਸੁਣਨਾ ਵੀ ਨਹੀਂ ਚਾਹੁੰਦੇ। ਤੇ ਦੂਸਰਾ ਹੈ ਸੰਤ, ਇਹਦੀ ਗੱਲ ਅਸੀਂ ਸੁਣਨਾ ਤਾਂ ਚਾਹੁੰਦੇ ਹਾਂ ਪਰ ਇਹਦੀ ਗੱਲ ਹੈ ਜਿਹੜੀ ਉਹ ਸਾਨੂੰ ਸਮਝ ਦੇ ਵਿੱਚ ਨਹੀਂ ਆਉਂਦੀ। ਸਮਝ ਵਿੱਚ ਕਿਉਂ ਨਹੀਂ ਆਉਂਦੀ? ਕਿਉਂਕਿ ਇਹਨਾਂ ਨੇ ਜੋ ਵੀ ਵਚਨ ਆਖਣਾ, ਜੋ ਵੀ ਗੱਲ ਆਖਣੀ ਹੈ, ਉਹ ਇਤਨੀ ਡੂੰਘਾਈ ਵਾਲੀ ਆਖਣੀ ਹੈ ਕਿ ਉਸ ਡੂੰਘਾਈ ਤੱਕ ਅਸੀਂ ਪਹੁੰਚ ਹੀ ਨਹੀਂ ਸਕਦੇ। ਹੁਣ ਗੁਰੂ ਜੀ ਇੱਥੇ ਇਹੀ ਸਾਨੂੰ ਦੱਸਦੇ ਨੇ, ਉੱਡਤੇ ਕੋ ਉੱਡਤਾ। ਜਿਹੜਾ ਅਧਿਆਤਮਿਕ ਦੀ ਦੁਨੀਆ ਦੇ ਅੰਦਰ ਉਡਾਰੀਆਂ ਮਾਰ ਰਿਹਾ ਹੈ, ਉਹਦੀ ਗੱਲ ਨੂੰ ਉਹੀ ਸਮਝ ਸਕਦਾ ਹੈ ਜੀ। ਜੀਵਤੇ ਕੋ ਜੀਵਤਾ ਮਿਲੈ, ਮੂਏ ਕੋ ਮੂਆ। ਹੁਣ ਜਿੰਦਾ ਅੰਦਰ ਜਿਹੜਾ ਅਧਿਆਤਮਿਕ ਤੌਰ ਤੇ ਮੌਤ ਹੋ ਗਈ ਏ, ਉਹ ਭਾਈ ਜਿਹੜਾ ਹੈ ਉਹ ਉਸ ਤਰ੍ਹਾਂ ਦੀਆਂ ਗੱਲਾਂ ਨੂੰ ਸਮਝ ਲਏਗਾ। ਤੇ ਜਿਹਨੇ ਆਪਣਾ ਜੀਵਨ ਬਣਾ ਲਿਆ, ਉਹ ਜੀਵਨ ਵਾਲੀਆਂ ਗੱਲਾਂ ਨੂੰ ਸਮਝ ਲਏਗਾ। ਜਿਵੇਂ ਕੋਈ ਗੁਰਮੁਖ ਪਿਆਰੇ ਨੇ ਬੜਾ ਸੋਹਣਾ ਦੋਹਰਾ ਲਿਖਿਆ, ਉਹ ਲਿਖਦਾ ਹੈ, ਸਮਝ ਮੇਂ ਹੀ ਸਮਝ ਹੈ, समझ में ही समझ है, समझाने से ना समझे उसके लिए हम असमझ हैं। समझ में ही समझ है। देखो मैनू समझे, मैं तुहानू समझा रहा, जो तुहाडे कोल समझण वाली समझे ते फिर तुसी समझ लोगे, तुसी भी समझदार ते मैं भी समझदार। ਆਪਾਂ कदी किसी ਨੂੰ समझाने पर ਉਹਨੂੰ ਗੱਲ समझ ही नहीं आती। ਜਦੋਂ ਉਹਨੂੰ ਗੱਲ नहीं समझ आती
ਤੇ ਫਿਰ ਉੱਥੇ ਆਪਾਂ ਕੀ ਹੋ ਜਾਂਦੇ ਆ, ਐ ਸਮਝ ਹੋ ਜਾਂਦੇ ਆ ਨਾ, ਕਿਉਂਕਿ ਉਹਨੂੰ ਸਮਝਾ ਹੀ ਨਹੀਂ ਸਕੇ। ਕਸੂਰ ਭਾਵੇਂ ਉਹਦੀ ਇੰਨੀ ਸਮਝਣ ਵਾਲੀ ਸੋਝੀ ਨਹੀਂ। ਜੇ ਉਹ ਸਿਆਣਾ ਹੋਵੇ, ਗੱਲ ਨੂੰ ਸਮਝਦਾ ਹੋਵੇ, ਤਾਂ ਫਿਰ ਤਾਂ ਉਹਨੂੰ ਗੱਲ ਦੀ ਸਮਝ ਆ ਜਾਵੇ ਨਾ। ਹੁਣ ਗੁਰੂ ਮਹਾਰਾਜ ਜੀ ਇੱਥੇ ਰਹਿਮਤ ਕਰਦੇ ਨੇ, ਜੀਵਤੇ ਕੋ ਜੀਵਤਾ ਮਿਲੈ। ਜਿਵੇਂ ਜਿਉਂਦੇ ਮਨੁੱਖ ਨੂੰ ਜਿਉਂਦਾ ਮਨੁੱਖ ਮਿਲ ਸਕਦਾ ਤੇ ਮਰੇ ਮਨੁੱਖ ਨੂੰ ਮਰਿਆ ਮਿਲ ਸਕਦਾ, ਤੁਰਦੇ ਨੂੰ ਤੁਰਦਾ ਮਿਲ ਸਕਦਾ, ਤੇ ਉੱਡਣ ਵਾਲੇ ਪੰਛੀਆਂ ਨੂੰ ਜਾਂ ਜਹਾਜ਼ ਤੇ ਉਡਾਰੀ ਮਾਰ ਕੇ ਲੰਘਣ ਵਾਲਿਆਂ ਨੂੰ ਉਹੀ ਮਿਲ ਸਕਦੇ ਨੇ ਜਿਨ੍ਹਾਂ ਕੋਲ ਉਸ ਤਰ੍ਹਾਂ ਦਾ ਸਾਧਨ ਹੈ। ਉਵੇਂ ਜਿਵੇਂ ਸਾਡੇ ਅੰਦਰ ਦੀਆਂ ਇਹ ਸਮਝਾਂ ਨੇ, ਅਵਸਥਾ ਨੇ, ਜਿਨ੍ਹਾਂ ਦੇ ਅੰਦਰ ਅਵਸਥਾ ਤੁਰ ਪਈ ਏ, ਉਹ ਤੁਰੀ ਹੋਈ ਅਵਸਥਾ ਵਾਲੇ ਨੂੰ ਸਮਝੇਗਾ। ਜਿਨ੍ਹਾਂ ਨੇ ਅੰਦਰ ਅਵਸਥਾ ਨੂੰ ਬਣਾ ਕੇ ਅਧਿਆਤਮਿਕ ਦੇ ਮੰਡਲ ਦੇ ਵਿੱਚ ਉਡਾਰੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਨੇ, ਉਹ ਭਾਈ ਉਹੀ ਸਮਝਣਗੇ ਉਸ ਆਨੰਦ ਸਕੂਨ ਨੂੰ ਜਿਹੜੇ ਉੱਥੋਂ ਤੱਕ ਪਹੁੰਚ ਗਏ ਨੇ। ਇਵੇਂ ਜਿਨ੍ਹਾਂ ਨੇ ਨਾਮ ਜਪ ਕੇ ਭਜਨ ਬੰਦਗੀ ਸਿਮਰਨ ਕਰਕੇ ਆਪਣਾ ਜੀਵਨ ਬਣਾ ਲਿਆ ਏ, ਉਹ ਜੀਵਨ ਬਣਾਏ ਆਲੇ ਜਿਹੜੇ ਨੇ ਉਸ ਗੱਲ ਨੂੰ ਸਮਝਣਗੇ। ਤੇ ਜਿਨ੍ਹਾਂ ਦਾ ਅੰਦਰ ਮਰ ਗਿਆ, ਜਿਨ੍ਹਾਂ ਦੀ ਜ਼ਮੀਰ ਮਰ ਗਈ, ਉਹਨਾਂ ਨੂੰ ਗੱਲ ਦੀ ਸਮਝ ਹੀ ਨਹੀਂ ਆਈ, ਉਹ ਫਿਰ ਉਸ ਤਰ੍ਹਾਂ ਦੀਆਂ ਗੱਲਾਂ ਸਮਝਣਗੇ। ਮੂਏ ਕਹੋ, ਮੂਆ ਮਰੇ ਨੂੰ ਤਾਂ ਹੁਣ ਮਰਿਆ ਜਿਹੜਾ ਮਰ ਕੇ ਮਿਲਿਆ ਜਾਏਗਾ ਨਾ, ਜਿਉਂਦੇ ਜੀ ਮਰ ਕੇ ਥੋੜਾ ਮਰੇ ਨੂੰ ਥੋੜਾ ਮਿਲਿਆ ਜਾਏਗਾ। ਸੋ ਇਸੇ ਤਰ੍ਹਾਂ ਜਿੰਦਾ ਅੰਦਰ ਬੇਸਮਝੀ ਵਾਲਾ ਹੋ ਗਿਆ, ਪਾਗਲ ਹੋ ਗਈ ਹੈ, ਜਾਂ ਜਿਨ੍ਹਾਂ ਅੰਦਰੋਂ ਅਧਿਆਤਮਿਕ ਦੀ ਮੌਤ ਹੈ। ਮੌਤ ਵੀ 5 ਪ੍ਰਕਾਰ ਦੀ, ਇੱਕ ਰਾਜਨੀਤਿਕ ਮੌਤ ਹੈ, ਇੱਕ ਅਧਿਆਤਮਿਕ ਮੌਤ ਹੈ, ਇੱਕ ਬੌਧਿਕ ਮੌਤ ਹੈ, ਇੱਕ ਇੱਜ਼ਤ ਵਾਲੀ ਮੌਤ ਹੈ। ਜਿਵੇਂ ਹੁਣ ਵੇਖੋ ਬਾਦਲ ਸਰਕਾਰ ਹੈ ਜਿਹੜੀ, ਇਹਨਾਂ ਦੀ ਇਹ ਰਾਜਨੀਤੀ ਮੌਤ ਹੋ ਗਈ ਹੈ। ਤੇ ਕਈ ਨੇ ਜਿਹੜੇ ਉਹਨਾਂ ਦਾ ਜਿਹੜਾ ਧਨ ਦੌਲਤ ਹੁੰਦਾ ਨਾ, ਸਾਰਾ ਕੁਝ ਦੁਆਲਾ ਨਿਕਲ ਜਾਂਦਾ, ਕੁਝ ਵੀ ਨਹੀਂ ਰਹਿੰਦਾ। ਉਹਨਾਂ ਦੀ ਫਿਰ ਪੈਸੇ ਵੱਲੋਂ ਧਨ ਦੀ ਮੌਤ ਹੋ ਜਾਂਦੀ ਹੈ। ਕਈਆਂ ਦੀ ਇੱਜ਼ਤ ਦੀ ਮੌਤ ਹੋ ਜਾਂਦੀ ਹੈ, ਪਿੰਡ ਵਿੱਚ ਕੋਈ ਉਹਨਾਂ ਨੂੰ ਮੂੰਹ ਹੀ ਨਹੀਂ ਲਾਉਂਦਾ, ਇਤਨੇ ਬੇਇੱਜ਼ਤ ਲੋਕ ਉਹ ਹੋ ਜਾਂਦੇ ਨੇ। ਸੋ ਇਸੇ ਤਰ੍ਹਾਂ 5 ਪ੍ਰਕਾਰ ਦੀ ਜਿਹੜੀ ਮੌਤ ਹੈ ਨਾ, ਇਹ ਵਿਦਵਾਨਾਂ ਨੇ ਮੰਨੀ ਹੈ। ਔਰ ਇੱਥੇ ਜਿਹੜੀ ਮੌਤ ਹੈ, ਇਹ ਉਹ ਮੌਤ ਹੈ ਜਿਹੜੀ ਪਰਮਾਤਮਾ ਦੇ ਵੱਲੋਂ ਅਸੀਂ ਦੂਰ ਹੋ ਗਏ ਹਾਂ, ਸਾਡੇ ਅੰਦਰ ਅਗਿਆਨ ਬਣ ਗਿਆ, ਅਸੀਂ ਅਵਿਦਿਆ ਕਰਕੇ ਮਰੇ ਹੋਏ ਹਾਂ। ਹੁਣ ਜਿੰਦੇ ਅੰਦਰ ਗਿਆਨ ਨਹੀਂ, ਸੋਝੀ ਨਹੀਂ, ਬੇਸਮਝੀ ਵਾਲਾ ਹੈ, ਉਹ ਤਾਂ ਭਾਈ ਬੇਸਮਝੀ ਵਾਲੇ ਦੇ ਨਾਲ ਹੀ ਉਸ ਦੀ ਗੱਲ ਨੂੰ ਹੀ ਸਮਝਦਾ ਹੈ ਜੀ। ਨਾਨਕ ਸੋ ਸਾਲਾਹੀ ਹੈ ਜਿਨ ਕਾਰਨ ਕੀਆ। ਹੁਣ ਧੰਨ ਗੁਰੂ ਅੰਗਦ ਦੇਵ ਜੀ ਸੱਚੇ ਸਤਿਗੁਰ ਸਾਨੂੰ ਦੱਸਦੇ ਨੇ ਵੀ ਫਿਰ ਇਹਨਾਂ ਸਾਰਿਆਂ ਦਾ ਕੀਤਾ ਕੀ ਜਾਵੇ। ਤੇ ਫਿਰ ਗੁਰੂ ਜੀ ਰਹਿਮਤ ਕਰਦੇ ਨੇ, ਆਪਾਂ ਤਾਂ ਉਸ ਪਰਮਾਤਮਾ ਦੀ ਵਡਿਆਈ ਕਰੀਏ, ਸੱਚੇ ਸਤਿਗੁਰ ਦੀ, ਜਿਨਨੇ ਇਹ ਸਾਰੇ ਕਾਰਨ ਬਣਾਏ ਨੇ। ਇਹ ਕਾਰਨ ਵਾਹਿਗੁਰੂ ਨੇ ਬਣਾਏ ਨੇ, ਪਰਮਾਤਮਾ ਨੇ ਬਣਾਏ ਨੇ। ਸਾਨੂੰ ਚਿੰਤਾ ਫਿਕਰ ਕਰਨ ਦੀ ਲੋੜ ਨਹੀਂ, ਸਾਨੂੰ ਚਿੰਤਾ ਫਿਕਰ ਕਰਨ ਦੀ ਲੋੜ ਨਹੀਂ, ਕਿਸੇ ਨੂੰ ਸੁਧਾਰਨ ਦੀ ਵੀ ਲੋੜ ਨਹੀਂ। ਆਪਣੀ ਡਿਊਟੀ ਤੇ ਫਰਜ਼ ਜਿਹੜਾ ਸਿਰਫ ਉਤਨਾ ਕੁ ਉਹਦੇ ਤੱਕ ਹੀ ਸੀਮਤ ਰਵੇ ਨਾ, ਤੇ ਮਨੁੱਖ ਜਿਹੜਾ ਉਹਦਾ ਜੀਵਨ ਹੈ ਸੌਖਾ ਰਹਿ ਜਾਂਦਾ। ਵੇਖੋ ਕੋਈ ਪ੍ਰਾਣੀ ਗਲਤ ਹੈ, ਉਹ ਗਲਤ ਕਰ ਰਿਹਾ ਹੈ, ਤੇ ਤੁਸੀਂ ਉਹਨੂੰ ਆਖ ਕੇ ਵੇਖ ਲਓ, ਭਾਈ ਗੁਰਮੁਖ ਪਿਆਰਿਆ ਤੂੰ ਜੋ ਕਰਦਾ ਨਾ ਗਲਤ ਕਰਦਾ ਹੈ, ਤੇਰੇ ਵਾਸਤੇ ਠੀਕ ਨਹੀਂ, ਤੇ ਉਹ ਅੱਗੋਂ ਲੜਨ ਨੂੰ ਆਏਗਾ। ਸੋ ਲੜਾਈ ਲੈਣ ਦੇ ਨਾਲੋਂ ਤਾਂ ਫਿਰ ਚੁੱਪ ਕਰ ਜਾਵੇ ਤੇ ਉਹੀ ਚੰਗਾ ਹੈ ਨਾ। ਨਾਨਕ ਸੋ ਸਲਾਹੀਏ। ਸੋ ਧੰਨ ਗੁਰੂ ਅੰਗਦ ਦੇਵ ਜੀ ਸਾਨੂੰ ਦੱਸਦੇ ਨੇ, ਅਸੀਂ ਵਡਿਆਈ ਕਰੀਏ ਉਸ ਪ੍ਰਭੂ ਪਰਮਾਤਮਾ ਦੀ, ਉਹਦੀ ਸਲੋਤਾ ਕਰੀਏ ਜਿਨ ਕਾਰਨ ਕੀਆ, ਜਿਨਨੇ ਸਾਰੇ ਕਾਰਨ ਬਣਾਏ ਨੇ। ਕਿਉਂਕਿ ਸ੍ਰਿਸ਼ਟੀ ਦੀ ਰਚਨਾ ਉਸ ਵਾਹਿਗੁਰੂ ਨੇ ਬਣਾਈ ਏ, ਉਹ ਪੁਰਖ ਤਵ ਹੈ, ਉਸਨੇ ਆਪਣੀ ਪੁਰਖਤਾ ਦੇ ਨਾਲ ਇਸ ਨੂੰ ਕਰਤਾ ਕੀਤਾ ਹੋਇਆ ਹੈ, ਰਚਨਾ ਬਣਾਈ ਹੋਈ ਏ, ਤੇ ਉਸ ਦੇ ਗੁਣ ਗਾਇਨ ਕੀਤਿਆਂ, ਉਸ ਦੀ ਵਡਿਆਈ ਕੀਤਿਆਂ ਫਿਰ ਉਹ ਕਿਰਪਾ ਕਰਦਾ ਹੈ, ਸਾਨੂੰ ਬੁੱਧੀ ਦੀ ਦਾਤ ਦਿੰਦਾ ਹੈ। ਜਾਪ ਸਾਹਿਬ ਦੇ ਅੰਦਰ ਆਪ ਹਰ ਰੋਜ਼ ਪੜ੍ਹਦੇ ਹੋ, ਸਿੱਧ ਦਾ ਬੁੱਧ ਦਾ ਬਿਰਧ ਕਰਤਾ। ਉਹ ਸਾਡੇ ਤੇ ਰਹਿਮਤ ਕਰਦਾ ਹੈ ਨਾ, ਜਦੋਂ ਕਿਰਪਾ ਕਰਦਾ ਹੈ। ਅਸੀਂ ਜਦੋਂ ਉਹਦੀ ਨਾਮ ਬਾਣੀ ਸਿਮਰਨ ਦੇ ਨਾਲ ਜੁੜਦੇ ਹਾਂ, ਫਿਰ ਸਾਡੀ ਬੁੱਧੀ ਨੂੰ ਤੇਜ਼ ਕਰਦਾ ਹੈ। ਜਿਵੇਂ ਜਿਵੇਂ ਸਾਡੀ ਬੁੱਧੀ ਤੇਜ਼ ਹੁੰਦੀ ਜਾਂਦੀ ਹੈ, ਉਵੇਂ ਉਵੇਂ ਫਿਰ ਉਸ ਦੇ ਗਿਆਨ ਦੀ ਸਾਨੂੰ ਪ੍ਰਾਪਤੀ ਹੁੰਦੀ ਜਾਂਦੀ ਹੈ, ਅਸੀਂ ਗਿਆਨ ਨੂੰ ਗ੍ਰਹਿਣ ਕਰਦੇ ਜਾਂਦੇ ਹਾਂ। ਜੇ ਸਾਡੀ ਬੁੱਧੀ ਤੇਵਰ ਨਾ ਹੋਵੇ, ਬੁੱਧੀ ਤੇਜ਼ ਨਾ ਹੋਵੇ, ਬੁੱਧੀ ਨੂੰ ਗੱਲ ਦੀ ਸਮਝ ਨਾ ਆਵੇ, ਤੇ ਸਾਨੂੰ ਕੋਈ ਕਿਤਨਾ ਮਰਜ਼ੀ ਗਿਆਨ ਦੇਈ ਜਾਵੇ, ਉਸ ਗਿਆਨ ਦੀ ਅਸੀਂ ਪ੍ਰਾਪਤੀ ਨਹੀਂ ਕਰਾਂਗੇ। ਸੋ ਗੁਰੂ ਨਾਨਕ ਸੱਚੇ ਸਤਿਗੁਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਾਪ ਸਾਹਿਬ ਦੇ ਅੰਦਰ ਫਿਰ ਦਰਜ ਕੀਤਾ ਸਿੱਧ ਦਾ। ਸਿੱਧ ਦਾ ਅਰਥ ਹੁੰਦਾ ਸਿੱਧੀਆਂ ਦੀ ਪ੍ਰਾਪਤੀ ਹੋਣੀ। ਬੁੱਧ ਦਾ ਉਹ ਪ੍ਰਭੂ ਪਰਮਾਤਮਾ ਇਸ ਤਰ੍ਹਾਂ ਨਾਮ ਜਪਣ ਵਾਲਿਆਂ ਨੂੰ ਸਿੱਧੀਆਂ ਦੀ ਪ੍ਰਾਪਤੀ ਵੀ ਕਰਵਾਉਂਦਾ ਹੈ,
ਤੇ ਬੁੱਧੀ ਦੀ ਪ੍ਰਾਪਤੀ ਵੀ ਕਰਵਾਉਂਦਾ ਹੈ। ਸੋ ਇਸ ਕਰਕੇ ਗੁਰੂ ਅੰਗਦ ਦੇਵ ਜੀ ਸੱਚੇ ਸਤਿਗੁਰ ਨੇ ਇੱਥੇ ਮੋਹਰ ਲਾ ਦਿੱਤੀ ਹੈ। ਕਾਰਨ ਕੀ ਆ? ਜਿਸ ਪਰਮਾਤਮਾ ਨੇ ਇਹ ਸਾਰੇ ਕਾਰਨ ਬਣਾਏ ਨੇ, ਕਾਰਨ ਕੀਤੇ ਹੋਏ ਨੇ, ਜੋ ਸਾਰਿਆਂ ਕਾਰਨਾਂ ਦਾ ਰਚਤਾ ਹੈ, ਅਸੀਂ ਉਸ ਦੀ ਵਡਿਆਈ ਕਰੀਏ ਜੀ। ਪੌੜੀ ਸੱਚ ਧਿਆਇਨ ਸੇ ਸੱਚੇ ਗੁਰ ਸ਼ਬਦ ਵਿਚਾਰੀ। ਹੁਣ ਜੋ ਉੱਪਰ 2 ਪੌੜੀਆਂ ਦੇ ਵਿੱਚ ਗੁਰੂ ਅੰਗਦ ਦੇਵ ਜੀ ਸੱਚੇ ਸਤਿਗੁਰ ਦਾ ਖਿਆਲ ਹੈ, ਉਹੀ ਗੁਰੂ ਅਮਰਦਾਸ ਜੀ ਸੱਚੇ ਸਤਿਗੁਰ ਇਸ ਪੌੜੀ ਦੇ ਅੰਦਰ ਵਿਆਖਿਆ ਕਰਦੇ ਨੇ। ਸੱਚ ਧਿਆਇਨ ਸੇ ਸੱਚੇ, ਜਿਵੇਂ ਗੁਰੂ ਜੀ ਨੇ ਸਾਨੂੰ ਦੱਸਿਆ ਸੀ ਨਾ, ਜਿਨ੍ਹਾਂ ਭਉ ਤਿਨ ਨਾਹੇ ਭਉ, ਜਿਨ੍ਹਾਂ ਨੂੰ ਪਰਮਾਤਮਾ ਦਾ ਭਉ ਹੈ ਨਾ, ਉਹਨਾਂ ਨੂੰ ਫਿਰ ਦੁਨੀਆ ਦਾ ਕਿਸੇ ਪ੍ਰਕਾਰ ਦਾ ਡਰ ਨਹੀਂ ਰਹਿੰਦਾ। ਤੇ ਗੁਰੂ ਅਮਰਦਾਸ ਸੱਚੇ ਸਤਿਗੁਰ ਇਸ ਦੀ ਪ੍ਰੋੜਤਾ ਹੀ ਕਰਦੇ ਨੇ। ਸੱਚ ਧਿਆਇਨ ਸੇ ਸੱਚੇ, ਜਿਹੜੇ ਸੱਚ ਸਰੂਪ ਉਸ ਅਕਾਲ ਪੁਰਖ ਵਾਹਿਗੁਰੂ ਦਾ ਧਿਆਨ ਕਰਦੇ ਨੇ, ਉਸ ਦੇ ਨਾਮ ਨੂੰ ਜਪਦੇ ਨੇ, ਸਿਮਰਨ ਕਰਦੇ ਨੇ, ਸੇ ਸੱਚੇ, ਉਹ ਭਾਈ ਸੱਚੇ ਹੋ ਜਾਂਦੇ ਨੇ, ਉਹ ਅਵਸਥਾ ਵਾਲੇ ਹੋ ਜਾਂਦੇ ਨੇ, ਉਹਨਾਂ ਤੇ ਕਿਰਪਾ ਹੋ ਜਾਂਦੀ ਹੈ। ਗੁਰ ਸ਼ਬਦ ਵਿਚਾਰੀ, ਇਹ ਜਿਹੜਾ ਹੈ ਗੁਰੂ ਦਾ ਸ਼ਬਦ ਹੈ, ਤੇ ਗੁਰੂ ਦੀ ਸ਼ਬਦ ਵਿਚਾਰੀ, ਇਹ ਗੁਰੂ ਦੇ ਸ਼ਬਦ ਦੀ ਵਿਚਾਰ ਹੈ। ਗੁਰੂ ਦੇ ਸ਼ਬਦ ਦੀ ਵਿਚਾਰ ਦੇ ਨਾਲ ਉਸ ਸੱਚੇ ਸਤਿਗੁਰ ਦਾ ਗਿਆਨ ਪ੍ਰਾਪਤ ਹੁੰਦਾ ਹੈ। ਗੁਰੂ ਦੀ ਸ਼ਬਦ ਦੇ ਵਿਚਾਰ ਦੇ ਨਾਲ ਉਹ ਸੱਚੇ ਸਤਿਗੁਰ ਦਾ ਜੋ ਧਿਆਨ ਹੈ ਉਹ ਕੀਤਾ ਜਾਂਦਾ ਹੈ ਜੀ। ਹਉ ਮੈਂ ਮਾਰ ਮਨ ਨਿਰਮਲਾ ਹਰ ਨਾਮ ਉਰ ਧਾਰੀ। ਹੁਣ ਹਉਮੈ ਨੂੰ ਮਾਰ ਕੇ ਮਨ ਨੂੰ ਪਵਿੱਤਰ ਕਰਨਾ ਹੈ। ਇਸ ਦੇ ਲਈ ਕੀ ਕਰਨਾ ਪਏਗਾ? ਹਰ ਨਾਮ ਔਰ ਧਾਰੀ। ਹਉਮੈ ਮਾਰ ਮਨ ਨਿਰਮਲਾ, ਸਾਡੇ ਅੰਦਰ ਦੀ ਹਉਮੈ ਦਾ ਨਾਸ ਹੋ ਜਾਵੇ ਤੇ ਮਨ ਪਵਿੱਤਰ ਹੋ ਜਾਂਦਾ ਹੈ। ਤੇ ਇਹ ਹਉਮੈ ਮਰੇਗੀ ਕਿਵੇਂ? ਹਰ ਨਾਮ ਔਰ ਧਾਰੀ, ਹਰੀ ਪਰਮਾਤਮਾ ਦੇ ਨਾਮ ਨੂੰ ਹਿਰਦੇ ਦੇ ਅੰਦਰ ਧਾਰਨ ਕਰਨ ਦੇ ਨਾਲ। ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਕੋਈ। ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਦੇ ਵਿੱਚ ਦਰਜ ਕਰਦੇ ਨੇ, ਵਾਹਿਗੁਰੂ ਗੁਰ ਮੰਤਰ ਹੈ। ਭਾਈ ਜੋ ਅਸੀਂ ਵਾਹਿਗੁਰੂ ਜਪਦੇ ਹਾਂ ਨਾ, ਇਹ ਧੰਨ ਗੁਰੂ ਨਾਨਕ ਦੇਵ ਜੀ ਦਾ ਬਖਸ਼ਿਸ਼ ਕੀਤਾ ਹੋਇਆ ਗੁਰੂ ਦਾ ਮੰਤਰ ਹੈ। ਜਪ ਹਉਮੈ ਕੋਈ, ਇਹਦੇ ਜਪਣ ਦੇ ਨਾਲ ਹਉਮੈ ਦਾ ਨਾਸ ਹੁੰਦਾ ਹੈ। ਹਉਮੈ ਜਿਹੜੀ ਇਹ ਮਰਦੀ ਹੈ, ਖਤਮ ਹੁੰਦੀ ਹੈ। ਅੱਗੇ ਵੀ ਦਾਸ ਨੇ ਇਸ ਤੇ ਥੋੜਾ ਡੰਗਾਈ ਦੇ ਨਾਲ ਵਿਚਾਰਾਂ ਕੀਤੀਆਂ ਸੀ। ਜੋ ਗੁਰਬਾਣੀ ਦੀ ਤੋਕ ਆਉਂਦੀ ਹੈ ਨਾ, ਹਉਮੈ ਦੀਰਘ ਰੋਗ ਹੈ। ਹਉਮੈ ਜਿਹੜੀ ਇਹ ਬੜਾ ਵੱਡਾ ਰੋਗ ਹੈ। ਦਾਰੂ ਪੀ ਇਸ ਮਾਏ, ਪਰ ਦਵਾਈ ਵੀ ਇਸ ਦੇ ਵਿੱਚ। ਹੁਣ ਮਨੁੱਖ ਦੇ ਅੰਦਰ ਹਉਮੈ ਪੈਦਾ ਹੋ ਜਾਵੇ ਵੀ ਮੈਂ ਵੱਡਾ ਸੇਵਾਦਾਰ ਬਣਨਾ ਹੈ, ਮੈਂ ਅੰਮ੍ਰਿਤ ਵੇਲੇ ਜਲਦੀ ਉੱਠਣਾ ਹੈ, ਸਭ ਤੋਂ ਜ਼ਿਆਦਾ ਨਿਤਨੇਮ ਕਰਨਾ ਹੈ, ਸਭ ਤੋਂ ਜ਼ਿਆਦਾ ਬਾਣੀ ਪੜ੍ਹਨੀ ਹੈ, ਸਭ ਤੋਂ ਜ਼ਿਆਦਾ ਸਿਮਰਨ ਕਰਨਾ ਹੈ ਤੇ ਸਭ ਤੋਂ ਜਲਦੀ ਉੱਠਣਾ, ਇਹ ਹਉਮੈ ਹੈ। ਹੁਣ ਹਉਮੈ ਦੇ ਵਿੱਚ ਆਣ ਕੇ ਕਰਦਾ ਕੀ ਹੈ? ਉਸ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਜੁੜਿਆ ਹੈ। ਜਿਵੇਂ ਜਿਵੇਂ ਇਹ ਹਉਮੈ ਕਰਕੇ ਨਾਮ ਜਪੇਗਾ, ਸਿਮਰਨ ਕਰੇਗਾ, ਭਜਨ ਬੰਦਗੀ ਕਰੇਗਾ, ਉਵੇਂ ਉਵੇਂ ਇਸ ਹਉਮੈ ਦੇ ਨਾਲ ਇਸ ਦੇ ਅੰਦਰ ਦੀ ਇਹ ਹਉਮੈ ਨੇ ਹੀ ਨਾਸ ਹੋ ਜਾਣਾ ਹੈ। ਦਾਰੂ ਪੀ ਇਸ ਮਾਏ, ਇਹੀ ਇਹਦੇ ਵਿੱਚ ਦਵਾਈ ਹੈ। ਸੋ ਗੁਰੂ ਜੀ ਨੇ ਇੱਥੇ ਰਹਿਮਤ ਕੀਤੀ, ਹਉਮੈ ਮਾਰ ਮਨ ਨਿਰਮਲਾ। ਜਦੋਂ ਅਸੀਂ ਆਪਣੇ ਅੰਦਰ ਦੀ ਹਉਮੈ ਨੂੰ ਮਾਰ ਲਵਾਂਗੇ ਤੇ ਮਨ ਪਵਿੱਤਰ ਹੋ ਜਾਏਗਾ। ਫਿਰ ਹਉਮੈ ਮਰੇਗੀ ਕਿਵੇਂ? ਹਰ ਨਾਮ ਔਰ ਧਾਰੀ, ਜਦੋਂ ਅਸੀਂ ਆਪਣੇ ਹਿਰਦੇ ਦੇ ਅੰਦਰ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਧਾਰਨ ਕਰ ਲਵਾਂਗੇ ਜੀ। ਕੋਠੇ ਮੰਡਪ ਮਾੜੀਆਂ ਲਗ ਪਏ ਗਾਵਾਰੀ। ਹੁਣ ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਕੋਠੇ ਜਿਨ੍ਹਾਂ ਦੇ ਵਿੱਚ ਅਸੀਂ ਰਹਿੰਦੇ ਹਾਂ ਇਹਨਾਂ ਨੂੰ ਕੋਠੇ ਆਖ ਦਿੰਦੇ ਨੇ। ਮੰਡਪ ਜਿਹੜੇ ਉਦੋਂ ਜ਼ਿਆਦਾ ਚੰਗੇ ਬਣੇ ਹੁੰਦੇ ਨੇ ਉਹਨਾਂ ਨੂੰ ਮੰਡਪ ਆਖ ਦਿੰਦੇ ਨੇ। ਮਾੜੀਆਂ ਜਿਹੜੇ ਉਦੋਂ ਜ਼ਿਆਦਾ ਚੰਗੇ ਬਣੇ ਨੇ ਉਹਨਾਂ ਨੂੰ ਮਾੜੀਆਂ ਆਖ ਦਿੰਦੇ। ਅੱਜ ਕੱਲ੍ਹ ਦੀ ਬੋਲੀ ਦੇ ਵਿੱਚ ਅਸੀਂ ਕੀ ਆਖਦੇ ਨੇ? ਇਹ ਘਰ ਹੈ। ਇਹ ਹੁਣ ਘਰ ਨਹੀਂ ਰਿਹਾ, ਇਹ ਕੋਠੀ ਬਣ ਗਈ ਹੈ। ਇਹ ਹੁਣ ਕੀ ਹੋ ਗਿਆ? ਇਹ ਭਾਈ ਹੁਣ ਅੱਗੇ ਕੁਝ ਬੰਗਲਾ ਬਣ ਗਿਆ। ਇਸ ਤਰ੍ਹਾਂ ਉਦੋਂ ਦੀ ਬੋਲੀ ਵਿੱਚ ਕੋਠੇ ਮੰਡਪ ਮਾੜੀਆਂ ਆਖਿਆ ਜਾਂਦਾ ਸੀ। ਲਗ ਪੈ ਗਵਾਰੀ, ਅਸੀਂ ਗਵਾਰ ਹਾਂ। ਗਵਾਰੀ ਦਾ ਅਰਥ ਹੁੰਦਾ ਜਿਹਨੂੰ ਗੱਲ ਦੀ ਸਮਝ ਨਾ ਆਵੇ। ਗਵਾਰੀ ਦਾ ਅਰਥ, ਗਵਾਰ ਦਾ ਅਰਥ ਇਹ ਹੈ ਵੀ ਜਿਹਨੂੰ ਗੱਲ ਦੀ ਸਮਝ ਨਾ ਆਵੇ ਵੀ ਮੈਂ ਆਖ ਕੀ ਰਿਹਾ ਤੇ ਮੈਨੂੰ ਪੁੱਛਿਆ ਕੀ ਜਾ ਰਿਹਾ, ਉਹਨੂੰ ਗਵਾਰ ਆਖਿਆ ਜਾਂਦਾ ਹੈ। ਕੋਠੇ ਮੰਡਪ ਮਾੜੀਆਂ ਲਗ ਪੈ ਗਵਾਰੀ, ਅਸੀਂ ਗਵਾਰਾਂ, ਸਾਨੂੰ ਗੁਰੂ ਦੀ ਗੱਲ ਦੀ ਸਮਝ ਨਹੀਂ ਲੱਗਦੀ। ਗੁਰੂ ਕੁਝ ਹੋਰ ਆਖ ਰਹੇ ਨੇ, ਅਸੀਂ ਕੁਝ ਹੋਰ ਆਖ ਰਹੇ ਹਾਂ ਤੇ ਅਸੀਂ ਲੱਗੇ ਕਾਹਦੇ ਤੇ ਆ?
ਘਰ ਦੇ ਕੋਠੇ ਮੰਡਪ ਮਾੜੀਆਂ ਇਹ ਉਸਾਰੀ ਤੇ ਲੱਗੇ ਹੋਏ ਹਨ ਜੀ। ਜਿਨ ਕੀਏ ਤਿਸੈ ਨਾ ਜਾਣਣੀ ਮਨ ਮੁਖ ਗੋਬਾਰੀ। ਜਿਸ ਪਰਮਾਤਮਾ ਨੇ ਸਾਨੂੰ ਕੀਤਾ ਉਸ ਨੂੰ ਅਸੀਂ ਜਾਣਦੇ ਨਹੀਂ। ਇਹ ਸਾਡੀ ਮਨਮੁਖਤਾਈ ਇਹ ਗੁਬਾਰੀ ਤੇ ਇਹ ਸਾਡੇ ਅੰਦਰ ਇਹ ਗੁਬਾਰ ਬਣਿਆ ਹੋਇਆ ਹੈ। ਗੁਬਾਰ ਦਾ ਅਰਥ ਹੁੰਦਾ ਹੈ ਜਿੱਥੇ ਅੱਖਾਂ ਤਾਂ ਸਾਡੀਆਂ ਖੁੱਲੀਆਂ ਹੋਣ ਤੇ ਨਿਗਾਹ ਵੀ ਸਾਡੀ ਠੀਕ ਹੋਵੇ ਪਰ ਦਿਸੇ ਭਾਲੇ ਕੁਝ ਵੀ ਨਾ, ਉਹਨੂੰ ਗੁਬਾਰ ਆਖਿਆ ਜਾਂਦਾ। ਦਾਸ ਇਸ ਦੇ ਲਈ ਫਿਰ ਧੁੰਦ ਦਾ ਦ੍ਰਿਸ਼ਟਾਂਤ ਦਿੰਦਾ ਹੁੰਦਾ। ਜਦੋਂ ਪਿੱਛੇ ਆ ਵੇਖੋ ਦਿਨ ਆਏ ਸੀ ਸਿਆਲ ਦੇ ਤੇ ਬੜੀ ਧੁੰਦ ਪੈਂਦੀ ਸੀ, ਕੁਝ ਦਿਸਦਾ ਹੀ ਨਹੀਂ ਸੀ, ਪਤਾ ਹੀ ਨਹੀਂ ਸੀ ਲੱਗਦਾ, ਰਾਹ ਖੜੇ ਵੀ ਨਹੀਂ ਸਨ। ਕਈ ਵਾਰੀ ਆ ਜਿਵੇਂ ਪਰਾਲ ਆਦਿਕ ਨੂੰ ਅੱਗ ਲਾਈ ਦੀ ਤੇ ਧੂਏ ਦਾ ਵੀ ਗੁਬਾਰ ਜਿਹਾ ਗੰਢ ਜੀ ਵੱਜ ਜਾਂਦੀ, ਉੱਥੇ ਵੀ ਕੁਝ ਨਹੀਂ ਦਿਸਦਾ। ਇਹਨੂੰ ਗੁਬਾਰ ਆਖਿਆ ਜਾਂਦਾ ਜਿੱਥੇ ਕੁਝ ਵੀ ਪਤਾ ਨਾ ਲੱਗੇ। ਹੁਣ ਧੰਨ ਗੁਰੂ ਮਹਾਰਾਜ ਜੀ ਇੱਥੇ ਸਾਨੂੰ ਇਹ ਆਖ ਰਹੇ ਨੇ, ਕੋਠੇ ਮੰਡਪ ਮਾੜੀਆ ਲਗ ਪੈ ਗਵਾਰੀ ਭਾਈ। ਗੁਰਮੁਖ ਪਿਆਰਿਆ ਤੈਨੂੰ ਘਰ ਵੀ ਚਾਹੀਦਾ, ਮੰਡਪ ਵੀ ਚਾਹੀਦੀ ਹੈ ਤੇ ਮਾੜੀਆਂ ਵੀ ਚਾਹੀਦੀਆਂ ਨੇ। ਹਨ ਇਹ ਚੰਗੀਆਂ ਗੱਲਾਂ ਤੈਨੂੰ ਵਸੋਂ ਵਾਸਤੇ ਚਾਹੀਦੀਆਂ ਨੇ, ਕਿਉਂਕਿ ਇਹ ਦੁਨੀਆ ਦਾ ਸਵਰਗ ਹੈ। ਪਰ ਇਹ ਨਾ ਹੋਵੇ ਦੁਨੀਆ ਦੇ ਸਵਰਗ ਦੇ ਪਿੱਛੇ ਪਿੱਛੇ ਤੂੰ ਉਸ ਪ੍ਰਭੂ ਪਰਮਾਤਮਾ ਜਿਸ ਨੇ ਤੈਨੂੰ ਇਹ ਸਵਰਗ ਦਿੱਤਾ ਹੈ ਨਾ, ਉਸ ਨੂੰ ਭੁੱਲ ਜਾਵੇਂ, ਉਹਨੂੰ ਨਾ ਭੁੱਲੀ। ਜੇ ਉਹਨੂੰ ਭੁੱਲ ਗਿਆ ਤੇ ਫਿਰ ਤੂੰ ਗੁਵਾਰ ਹੋ ਜਾਏਗਾ। ਜਿਨ ਕੀਏ ਤਿਸੇ ਨਾ ਜਾਣੀ, ਜਿਸ ਪਰਮਾਤਮਾ ਨੇ ਸਾਨੂੰ ਬਣਾਇਆ ਹੋਇਆ ਹੈ, ਜਿਨਨੇ ਇਹ ਸਾਰਾ ਕੁਝ ਸਾਨੂੰ ਕੋਠੇ ਮੰਡਪ ਮਾੜੀਆਂ ਦਿੱਤੇ ਹੋਏ ਨੇ, ਉਸ ਨੂੰ ਅਸੀਂ ਜਾਣਦੇ ਹੀ ਨਹੀਂ। ਮਨਮੁਖ ਗਵਾਰੀ, ਇਹ ਸਾਡੇ ਅੰਦਰ ਮਨਮੁਖਤਾਈ ਦਾ ਗਵਾਰ ਚੜਿਆ ਹੋਇਆ ਹੈ ਜੀ। ਜਿਸ ਬੁਝਾਏ ਸੋ ਬੁਝਸੀ ਸੱਚਿਆ ਕਿਆ ਜੰਤ ਵਿਚਾਰੀ। ਇਹ ਮੇਰੇ ਵਾਹਿਗੁਰੂ ਜੀ ਜਿਹਨੂੰ ਤੂੰ ਸਮਝ ਦੇ ਦੇਵੇਂ ਨਾ, ਉਹਨੂੰ ਸਮਝ ਆਉਂਦੀ ਏ। ਤੂੰ ਸੱਚਾ ਹੈ ਤੇ ਅਸੀਂ ਜੰਤ ਵਿਚਾਰੇ ਕੀ ਆ। ਜਿਸ ਬੁਝਾਏ ਇਹਦਾ ਅਰਥ ਹੁੰਦਾ ਜਿਹਨੂੰ ਸਮਝ ਦੇ ਦੇਵੇ, ਜਿਸ ਨੂੰ ਤੂੰ ਜਾਣਾ ਇਹ ਸੋਈ ਜਨ ਜਾਣੇ। ਇਹ ਪ੍ਰਮਾਤਮਾ ਜਿਹਨੂੰ ਤੂੰ ਸਮਝਾਉਣਾ ਨਾ ਉਹ ਹੀ ਸਮਝਦਾ, ਦੂਜੇ ਨੂੰ ਸਮਝ ਵੀ ਕੋਈ ਨਹੀਂ ਹੁੰਦੀ। ਜਿਸ ਬੁਝਾਏ ਸੋ ਬੁਝਸੀ, ਉਹਨੂੰ ਸਮਝ ਆਵੇਗੀ। ਸੱਚਿਆ ਹੈ ਮੇਰੇ ਸੱਚੇ ਸਤਿਗੁਰ ਜੀ ਕਿਆ ਜੰਤ ਵਿਚਾਰੀ, ਅਸੀਂ ਜਨਤਾ ਤੇ ਵਿਚਾਰੇ ਅਸੀਂ ਕੀ ਹਾਂ। ਇਤਨੀ ਕੁ ਸੇਵਾ ਸੰਗਤ ਨੇ ਪ੍ਰਵਾਨ ਕਰਨੀ। ਸੱਚੇ ਸਤਿਗੁਰ ਕਿਰਪਾ ਕਰਨ, ਰਹਿਮਤ ਕਰਨ, ਆਪ ਸੰਗਤਾਂ ਦਾ ਸਰਵਣ ਕੀਤਾ ਸਫਲ ਹੋਵੇ ਤੇ ਦਾਸਰੇ ਦੀ ਹਾਜ਼ਰੀ ਗੁਰੂ ਮਹਾਰਾਜ ਜੀ ਦੇ ਦਰ ਤੇ ਲੱਗੇ। ਦੇਹੋ ਸੱਜਣ ਆਸੀਸੜੀਆ ਜੋ ਹੈ ਸਹਿਬ ਸਿਉ ਮੇਲ।